ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਜਪਜੀ ਪੌੜੀ ਪ੍ਰਥਮਾ, ਕਰਹਿ ਕਾਮਨਾ ਪੂਰਾ। ਪਾਠਕ ਸਭ ਸੁਖ ਪਾਈ ਕੈ, ਬਿਘਨ ਬਿਨਾਸੈ ਦੂਰ। ਦੋਹਰਾ। ਸ੍ਰੀ ਜਪਜੀ ਪੌੜੀ ਪ੍ਰਥਮਾ, ਕਰਹਿ ਕਾਮਨਾ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਤਰਯਾਮੀ, ਕਿਰਪਾ ਨਿਧਾਨ, ਦਇਆ ਦੇ ਸਾਗਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਬਾਣੀ ਗੁਰੂ, ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਕਮਲਾਂ ਵਿੱਚ ਸੰਧਿਆ ਸਮੇਂ ਜੁੜ ਬੈਠ ਕੇ ਗੁਰਬਾਣੀ ਦੇ ਕੀਰਤਨ ਰਹਿਰਾਸ ਸਾਹਿਬ ਦਾ ਪਾਠ ਅਤੇ ਗੁਰੂ ਕੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਆਪਾਂ ਸਰਵਣ ਕਰ ਰਹੇ ਸੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 5ਵੀਂ ਰੁੱਤ ਵਿੱਚੋਂ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ, ਜੋ ਇਸ ਸਤਿਗੁਰਾਂ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਜਲੰਧਰ ਵਿਖੇ ਪਿਛਲੇ ਲੰਮੇਰੇ ਸਮੇਂ ਤੋਂ ਆਰੰਭ ਹੈ। ਬੀਤੇ ਕੱਲ ਸੁਣਿਆ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਗੁਰੂ ਕੀਆਂ ਸੰਗਤਾਂ ਨੇ ਜਪਜੀ ਸਾਹਿਬ ਦੇ ਮਹਾਤਮ ਦੇ ਲਈ, ਜਪਜੀ ਸਾਹਿਬ ਦੇ ਭਾਵ ਅਰਥਾਂ ਦੇ ਲਈ ਬੇਨਤੀ ਕੀਤੀ। ਜਦੋਂ ਇੱਕ ਗੁਰੂ ਕੇ ਸਿੱਖ ਨੇ, ਬ੍ਰਿਜ ਲਾਲ ਨੇ, ਵਿਦਵਾਨ ਪੰਡਿਤ ਨੇ ਆ ਕੇ ਆਖਿਆ ਸੀ ਕਿ ਮੈਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਔਰ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਪਨ ਦੇ ਵਿੱਚ, ਸੁਪਨੇ ਦੇ ਵਿੱਚ ਦਰਸ਼ਨ ਹੋਏ ਹਨ। ਸੋ ਉਹਨਾਂ ਨੇ ਸੁਖਮਨੀ ਸਾਹਿਬ ਅਤੇ ਜਪਜੀ ਸਾਹਿਬ ਦੀ ਜੋ ਬੇਅੰਤ ਮਹਿਮਾ ਹੈ ਉਸ ਦੀ ਬਾਬਤ ਜੋ ਮੈਨੂੰ ਬਚਨ ਕੀਤੇ, ਉਹਨੂੰ ਮੈਂ ਇੱਕ ਸ਼ਲੋਕ ਰੂਪ ਦੇ ਵਿੱਚ ਲਿਖ ਕੇ ਲੈ ਕੇ ਆਇਆ ਹਾਂ। ਪੰਡਿਤ ਬ੍ਰਿਜ ਲਾਲ ਜੀ ਨੇ ਉਹ ਸ਼ਲੋਕ ਆਪਣਾ ਰਚਿਆ ਹੋਇਆ ਸਤਿਗੁਰੂ ਜੀ ਦੇ ਬਚਨਾਂ ਵਾਲਾ ਸਾਰੀ ਸੰਗਤ ਨੂੰ ਔਰ ਸਤਿਗੁਰੂ ਸਾਹਿਬ ਜੀ ਨੂੰ ਸਰਵਣ ਕਰਵਾਇਆ। ਫਿਰ ਸਤਿਗੁਰੂ ਸਾਹਿਬ ਜੀ ਨੇ ਉਸ ਸ਼ਲੋਕ ਦੇ ਅਰਥ ਕੀਤੇ ਅਤੇ ਨਾਲ ਹੀ ਮਹਾ ਮੰਤਰ ਜੋ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ, ਤਿਸ ਦੇ ਅਰਥ ਭਾਵ ਵੀ ਦੱਸੇ
ਤੇ ਨਾਲ ਇਸ ਮਹਾਮੰਤਰ ਦੇ ਇੱਕ ਇੱਕ ਅੱਖਰ ਦਾ ਖੋਲ੍ਹ ਕੇ ਅਰਥ ਵਿਆਖਿਆ ਰੂਪ ਦੇ ਵਿੱਚ ਜੋ ਸਤਿਗੁਰਾਂ ਨੇ ਉਚਾਰਨ ਕੀਤਾ ਆਪਾਂ ਬੀਤੇ ਕੱਲ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ। ਆਓ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਦਾ ਜਿਵੇਂ ਮਹਾਤਮ ਦੱਸ ਰਹੇ ਹੈ, ਬੜੇ ਪਿਆਰ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੁੜੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਜਪਜੀ ਪੌੜੀ ਪ੍ਰਥਮਾ ਕਰਹਿ ਕਾਮਨਾ ਪੂਰਾ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੰਗਤਾਂ ਦੇ ਬੇਨਤੀ ਕਰਨ ਤੋਂ ਗੁਰੂ ਕੀਆਂ ਸੰਗਤਾਂ ਨੂੰ ਜਪਜੀ ਸਾਹਿਬ ਦੇ ਪਾਠ ਦਾ ਮਹਾਤਮ ਦੱਸਦੇ ਹੋਏ ਕਹਿ ਰਹੇ ਹਨ ਕਿ ਜਪਜੀ ਸਾਹਿਬ ਦੀ ਜਿਹੜੀ ਪਹਿਲੀ ਪੌੜੀ ਹੈ ਪ੍ਰਥਮ ਪੌੜੀ ਹੈ। ਤੇ ਇੱਥੇ ਮੈਂ ਇਹ ਵੀ ਬੇਨਤੀ ਕਰ ਦੇਵਾਂ ਕਿ ਪੂਰਾ ਪ੍ਰਸੰਗ ਸੁਣਦਿਆਂ ਸਾਰਿਆਂ ਨੂੰ ਇਹ ਯਾਦ ਰਹੇ ਕਿ ਕਵੀ ਜੀ ਨੇ ਇੱਥੇ ਜੋ ਪੌੜੀਆਂ ਦੀ ਤਰਤੀਬ ਦਿੱਤੀ ਹੈ, ਉਹਨਾਂ ਨੇ ਮਹਾਮੰਤਰ ਨੂੰ 1 ਨੰਬਰ, ਉਹ ਤੋਂ ਬਾਅਦ ਆਦਿ ਸੱਚ ਜੁਗਾਦ ਸੱਚ ਨੂੰ 2 ਨੰਬਰ ਤੇ ਲਿਖਿਆ ਹੈ, ਦੂਜੀ ਪੌੜੀ ਲਿਖਿਆ ਹੈ। ਤੇ ਇਸੇ ਪ੍ਰਕਾਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਸੋਚਿਆ ਸੋਚ ਨਾ ਹੋਵਈ ਵਾਲੀ ਪੌੜੀ ਨੂੰ 2 ਨੰਬਰ ਤੋਂ ਗਿਣਨਾ ਸ਼ੁਰੂ ਕੀਤਾ ਹੈ। 38 ਪੌੜੀਆਂ ਬਾਕੀ ਜਪਜੀ ਸਾਹਿਬ ਦੀਆਂ ਸਾਰੀਆਂ। ਤੇ ਇਸ ਪ੍ਰਕਾਰ ਇੱਕ ਮੂਲ ਮੰਤਰ ਤੇ ਜਿਹੜਾ ਸਮਾਪਤੀ ਵਾਲਾ ਸ਼ਲੋਕ ਹੈ ਪਵਨ ਗੁਰੂ ਪਾਣੀ ਪੀਤਾ, ਉਹਨੂੰ ਵਿੱਚੇ ਗਿਣਦਿਆਂ ਹੋਇਆਂ ਕੁੱਲ 40 ਪੌੜੀਆਂ ਗਿਣੀਆਂ ਹਨ। ਸੋ ਉਸੇ ਤਰਤੀਬ ਅਨੁਸਾਰ ਹੀ ਆਪਾਂ ਇੱਥੇ ਕਥਾ ਦੇ ਵਿੱਚ ਵਿਚਾਰਾਂਗੇ, ਕਿਉਂਕਿ ਗੁਰਬਾਣੀ ਦੀ ਤਰਤੀਬ ਦੇ ਵਿੱਚ ਤਾਂ ਸੋਚਿਆ ਸੋਚ ਨਾ ਹੋਵਈ ਵਾਲੀ ਪੌੜੀ ਉਹ ਪਹਿਲੀ ਪੌੜੀ ਹੈ। ਤੇ ਜਿੱਥੇ ਸਮਾਪਤੀ ਹੁੰਦੀ ਹੈ ਉੱਥੇ 38 ਪੌੜੀਆਂ ਤੋਂ ਬਾਅਦ ਸ਼ਲੋਕ ਨੂੰ ਪੌੜੀਆਂ ਦੇ ਵਿੱਚ ਗਿਣਤੀ ਨਹੀਂ ਕੀਤੀ ਜਾਂਦੀ। ਪਰ ਕਵੀ ਜੀ ਨੇ ਜਿਵੇਂ ਤਰਤੀਬ ਦਿੱਤੀ ਹੈ ਸੋ ਆਪਾਂ ਉਹਨਾਂ ਦੇ ਮੁਤਾਬਕ ਹੀ ਉਹਨਾਂ ਪੌੜੀਆਂ ਦੀ ਗਿਣਤੀ ਕਰਾਂਗੇ। ਇੱਥੇ ਕਵੀ ਜੀ ਨੇ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਜੋ ਆਪਣੀ ਰਚਨਾ ਵਿੱਚ ਬਚਨ ਕਹਾਏ ਹਨ ਕਿ ਸ਼੍ਰੀ ਜਪਜੀ ਪੌੜੀ ਪ੍ਰਥਮ ਕਰਹਿ ਕਾਮਨਾ ਪੂਰ। ਜਪਜੀ ਸਾਹਿਬ ਦੀ ਪਹਿਲੀ ਪੌੜੀ ਭਾਵ ਮਹਾਮੰਤਰ ਜੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ, ਗੁਰ ਪ੍ਰਸਾਦ ਤੱਕ ਜੋ ਮਹਾਮੰਤਰ ਹੈ। ਕਹਿੰਦੇ ਇਸ ਨੂੰ ਪੜ੍ਹਿਆ ਜਾਂ ਕਵੀ ਜੀ ਦੇ ਬਚਨਾਂ ਅਨੁਸਾਰ ਪਹਿਲੀ ਪੌੜੀ ਦਾ ਜਾਪ ਕੀਤਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਹਨ ਕਿ ਕਰਹਿ ਕਾਮਨਾ ਪੂਰ। ਉਹ ਮਨੁੱਖ ਜਿਹੜਾ ਇਹ ਮਹਾਮੰਤਰ ਦਾ ਜਾਪ ਕਰਦਾ ਹੈ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ, ਉਹਦੀਆਂ ਸਾਰੀਆਂ ਕਾਮਨਾਵਾਂ ਨੂੰ ਇਹ ਗੁਰੂ ਕੀ ਬਾਣੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਚਨਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਬੋਲ ਉਹਦੀਆਂ ਕਾਮਨਾਵਾਂ ਨੂੰ ਇਛਾਵਾਂ ਨੂੰ ਪੂਰਨ ਕਰਨ ਵਾਲੇ ਹਨ। ਜਿਹੜਾ ਪਾਠਕ ਹੈ ਪਾਠ ਕਰਨ ਵਾਲਾ, ਸੋ ਜਿਹੜਾ ਵੀ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਪਾਠ ਕਰੇਗਾ ਉਹਨੂੰ ਹਰ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੋਏਗੀ ਤੇ ਵਿਘਨ ਵਿਨਾਸ਼ੈ ਕੂਰ। ਜਿਹੜੇ ਵੱਡੇ ਵੱਡੇ ਵਿਘਨ ਹਨ, ਭਾਰੇ ਵਿਘਨ ਹਨ, ਭਾਰੀਆਂ ਰੁਕਾਵਟਾਂ ਹਨ ਕੰਮਾਂ ਕਾਜਾਂ ਦੇ ਵਿੱਚ, ਸੋ ਹਰ ਪ੍ਰਕਾਰ ਦੇ ਵਿਘਨਾਂ ਦਾ ਨਾਸ਼ ਹੋਵੇਗਾ। ਵਿਸ਼ੇਸ਼ ਕਰਕੇ ਹਾਂ ਕਹਿੰਦੇ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਆਸ਼ਾ ਹੈ, ਕੋਈ ਉਮੰਗ ਹੈ, ਇੱਛਾ ਹੈ, ਕੋਈ ਚਾਹਨਾ ਹੈ ਤੇ ਉਹਨੂੰ ਪੂਰਾ ਕਰਨਾ ਲੋੜਦਾ ਹੈ ਤਾਂ ਕਹਿੰਦੇ ਉਹਨੂੰ ਫਿਰ ਆਦ ਸੱਚ ਜੁਗਾਦ ਸੱਚ ਵਾਲੀ ਦੂਜੀ ਪੌੜੀ ਪੜ੍ਹਨੀ ਚਾਹੀਦੀ ਹੈ। ਇਸ ਪੌੜੀ ਨੂੰ ਪੜ੍ਹਨ ਦੇ ਨਾਲ ਜਾਂ ਇਹ ਸ਼ਲੋਕ ਨੂੰ ਪੜ੍ਹਨ ਦੇ ਨਾਲ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹਨੂੰ ਪੜ੍ਹਨ ਦੇ ਨਾਲ ਹਰ ਪ੍ਰਕਾਰ ਦੀ ਕਾਮਨਾ ਪੂਰਨ ਹੁੰਦੀ ਹੈ। ਹਾਂ ਇਸ ਤੋਂ ਇਲਾਵਾ ਕਹਿੰਦੇ ਦੇਵ ਮੰਤਰ ਅਰ ਚਲਨ ਮੈਂ, ਦੇਵ ਕਿਸੇ ਦੇਵਤੇ ਦਾ ਆਪਣੇ ਇਸ਼ਟ ਦੇਵ ਦਾ ਪੂਜਨ ਕਰਨਾ ਤੇ ਉਹਦੇ ਆਵਾਹਨ ਦੇ ਲਈ ਉਹਨੂੰ ਆਪਣੇ ਸਾਹਮਣੇ ਸਾਮਤਰਕ ਪ੍ਰਤੱਖ ਰੂਪ ਵਿੱਚ ਉਹਦੇ ਦਰਸ਼ਨ ਕਰਨ ਦੇ ਲਈ, ਜੇ ਤੂੰ ਉਹਦੇ ਦਰਸ਼ਨ ਕਰਨੇ ਚਾਹੁੰਦਾ ਆਪਣੇ ਇਸ਼ਟ ਦੇਵ ਦੇ, ਅਰ ਚੱਲਣ ਮੈਂ
ਜੇਕਰ ਤੂੰ ਚੱਲਣਾ ਚਾਹੁੰਦਾ ਹੈ, ਕਿਸੇ ਪਾਸੇ ਨੂੰ ਜਾਣਾ ਚਾਹੁੰਦਾ ਹੈ ਘਰ ਤੋਂ ਬਾਹਰ, ਤੇ ਉਸ ਵੇਲੇ ਵੀ। ਤੇ ਇਸੇ ਪ੍ਰਕਾਰ ਔਸ਼ਧ, ਜਦੋਂ ਤੂੰ ਕੋਈ ਔਸ਼ਧੀ ਦਵਾਈ ਵਰਤਣੀ ਸ਼ੁਰੂ ਕਰਦਾ ਹੈ, ਮੰਨ ਲਓ ਤੇਰੇ ਤਨ ਨੂੰ ਕੋਈ ਰੋਗ ਹੈ, ਕੋਈ ਬਿਮਾਰੀ ਹੈ, ਤੇ ਤੂੰ ਉਸ ਦੀ ਦਵਾਈ ਸ਼ੁਰੂ ਕਰਨੀ ਹੈ, ਦਵਾ ਦਾਰੂ ਲੈਣੀ ਹੈ। ਉਹ ਦਾਰੂ ਔਸ਼ਧੀ ਦਵਾਈ ਸ਼ੁਰੂ ਕਰਨ ਦੇ ਵੇਲੇ ਵੀ ਕਹਿੰਦੇ ਜਾਪ ਕਰ। ਔਸ਼ਧ ਜਿਹੜੀਆਂ ਜੜੀ ਬੂਟੀਆਂ ਹਨ, ਜਾਂ ਮੌਜੂਦਾ ਸਮੇਂ ਐਲੋਪੈਥੀ ਦੀਆਂ ਦਵਾਈਆਂ ਕਹਿ ਲਓ, ਕੋਈ ਟੀਕਾ ਲਵਾਉਣਾ ਹੈ, ਕੋਈ ਡਾਕਟਰ ਦੇ ਕੋਲ ਜਾਣਾ ਹੈ, ਉਸ ਵੇਲੇ ਵੀ ਇਸ ਬਾਣੀ ਦਾ, ਇਸ ਪੌੜੀ ਦਾ ਜਾਪ ਕਰਨਾ ਚਾਹੀਦਾ ਹੈ। ਰਸਾਇਣ ਤੇ ਸ਼ਾਮ। ਰਸਾਇਣ ਕਹਿੰਦੇ ਨੇ ਜਿਹੜੀਆਂ ਧਾਤੂਆਂ ਨੇ, ਉਹਨਾਂ ਨੂੰ ਜਿਹੜੇ ਮਾਹਿਰ ਲੋਕ ਹੈ, ਵੈਦ ਲੋਕ ਹੈ, ਹਿਕਮਤ ਦੇ ਮਾਹਰ ਹਨ ਜਿਹੜੇ, ਉਹ ਰਸਾਇਣ ਬਣਾ ਲੈਂਦੇ ਆ ਧਾਤੂਆਂ ਨੂੰ ਮਾਰ ਕੇ। ਜਿਵੇਂ ਕਿਸੇ ਨੇ ਜਿਸਤ ਨੂੰ ਮਾਰ ਲਿਆ, ਕਿਸੇ ਨੇ ਤਾਂਬੇ ਨੂੰ ਮਾਰਿਆ, ਕਿਸੇ ਨੇ ਲੋਹ ਭਾਸਮ ਬਣਾ ਲਈ, ਕਿਸੇ ਨੇ ਸੋਨਾ ਮਾਰ ਕੇ, ਤੇ ਇਉਂ ਰਸਾਇਣਾਂ ਬਣਾ ਲੈਂਦੇ ਆ। ਤਾਂਬਾ ਮਾਰ ਲੈਂਦੇ ਆ, ਪਾਰਾ ਮਾਰ ਲੈਂਦੇ ਆ। ਉਹ ਪਾਰੇ ਦਾ ਸ਼ੁੱਧੀਕਰਨ ਜਦੋਂ ਹੋ ਜਾਂਦਾ ਹੈ ਉਸ ਧਾਤੂ ਦਾ, ਤੇ ਉਹਨੂੰ ਫਿਰ ਰਸਾਇਣ ਕਿਹਾ ਜਾਂਦਾ ਹੈ। ਤੇ ਇਹ ਰਸਾਇਣ ਇੰਨੀ ਜ਼ਿਆਦਾ ਬੇਸ਼ਕੀਮਤੀ ਬਣ ਜਾਂਦੀ ਹੈ ਕਿ ਰਸਾਇਣ ਦਾ ਥੋੜ੍ਹਾ ਜਿਹਾ ਕੋਈ 1-2 ਤੁਪਕੇ ਚਾਂਦੀ ਦੇ ਉੱਤੇ ਪਾ ਦਿੱਤੇ ਜਾਣ, ਵਾਹਿਗੁਰੂ ਤਾਂਬੇ ਦੇ ਉੱਤੇ ਪਾ ਦਿੱਤੇ ਜਾਣ, ਜਿਸਤ ਦੇ ਉੱਤੇ ਪਾ ਦਿੱਤੇ ਜਾਣ, ਤੇ ਗੁਰਮੁਖ ਪਿਆਰਿਓ ਉਹ ਚਾਂਦੀ ਬਣ ਜਾਂਦੀ ਹੈ। ਤੇ ਇਸੇ ਤਰ੍ਹਾਂ ਜੇ ਤਾਂਬੇ ਦੇ ਉੱਤੇ ਪਾ ਦਿੱਤੇ ਜਾਣ ਤਾਂ ਉਹ ਸੋਨਾ ਬਣ ਜਾਂਦਾ ਹੈ। ਤਾਂਬਾ ਕਠੋਰ ਧਾਤੂ ਹੈ, ਸੋਨਾ ਨਰਮ ਧਾਤੂ ਹੈ। ਪਰ ਉਹ ਜਿਹੜਾ ਰਸਾਇਣ ਹੈ, ਮਾਰਿਆ ਹੋਇਆ ਪਾਰਾ ਹੈ, ਜਦੋਂ ਤਾਂਬੇ ਉੱਤੇ ਪਾ ਦਿੱਤਾ ਜਾਵੇ ਤੇ ਉਹਦਾ ਸੋਨੇ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਂਦਾ, ਰੂਪਾਂਤਰਣ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਇਹ ਜਿਹੜੀਆਂ ਰਸਾਇਣ ਹੈ ਬਹੁਤ ਜ਼ਿਆਦਾ ਬੇਸ਼ਕੀਮਤੀ ਹੁੰਦੀਆਂ, ਕਾਇਆ ਕਲਪ ਕਰ ਦਿੰਦੀਆਂ। ਕਈ ਤਾਂ ਐਸੀਆਂ ਰਸਾਇਣਾਂ ਹਨ ਕਿ ਜੇਕਰ ਕੋਈ ਬਜ਼ੁਰਗ ਬਿਰਧ ਬੰਦਾ ਉਹ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਤਿਆਰ ਕੀਤੀ ਹੋਵੇ, ਕਿਉਂਕਿ ਹਰ ਕੋਈ ਤਿਆਰ ਨਹੀਂ ਕਰ ਸਕਦਾ, ਜਿਹੜੇ ਮਾਹਿਰ ਲੋਕ ਹਨ ਸਿਰਫ ਉਹੀ ਤਿਆਰ ਕਰ ਸਕਦੇ ਹੈ। ਤੇ ਜਦੋਂ ਰਸਾਇਣ ਕਹਿੰਦੇ ਜੇ ਕੋਈ ਬਿਰਧ ਬੰਦਾ ਰਾਤ ਨੂੰ ਉਹ ਦਵਾਈ, ਉਹ ਰਸਾਇਣ ਲੈ ਕੇ ਪੈ ਜਾਵੇ ਤੇ ਸਵੇਰ ਨੂੰ ਉੱਠਦਿਆਂ ਉਹਦੇ ਜੇ ਚਿੱਟੇ ਵਾਲ ਆ ਨਾ, ਚਿੱਟੇ ਕੇਸ ਹੈ, ਉਹ ਵੀ ਕਾਲੇ ਹੋ ਜਾਂਦੇ ਆ। ਬਿਰਧ ਤੋਂ ਨੌਜਵਾਨ ਬਣਾ ਦਿੰਦੀ ਆ। ਰਸਾਇਣ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ। ਜਿੱਥੇ ਦੁਨੀਆ ਦੀ ਹੋਰ ਕੋਈ ਦਵਾ ਦਾਰੂ ਕੰਮ ਨਾ ਕਰੇ, ਐਲੋਪੈਥੀ ਨਾ ਕੰਮ ਕਰੇ, ਹੋਮਿਓਪੈਥੀ ਨਾ ਕੰਮ ਕਰੇ, ਆਯੁਰਵੈਦ ਨਾ ਕੰਮ ਕਰੇ, ਤਾਂ ਉੱਥੇ ਫਿਰ ਇਹ ਰਸਾਇਣਾਂ ਵਰਤੀਆਂ ਜਾਂਦੀਆਂ। ਤੇ ਇਹ ਰਸਾਇਣ ਜਿਹੜੀ ਹੈ ਬਹੁਤ ਕੀਮਤੀ ਹੁੰਦੀ ਹੈ। ਤੇ ਰਸਾਇਣ ਨੂੰ ਅੱਜ ਕੱਲ੍ਹ ਦੀ ਬੋਲੀ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਕੈਮੀਕਲਾਂ ਦੇ ਉੱਤੇ ਨਹੀਂ ਪ੍ਰਯੋਗ ਕਰਦੇ, ਜਿਹਨੂੰ ਸਾਡੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਕੈਮਿਸਟਰੀ ਦੀ ਪੜ੍ਹਾਈ ਕਿਹਾ ਜਾਂਦਾ ਹੈ। ਸੋ ਇਹ ਕੈਮਿਸਟਰੀ, ਇਹ ਰਸਾਇਣ ਵਿਗਿਆਨ ਹੀ ਹੁੰਦਾ ਹੈ। ਵੱਖ-ਵੱਖ ਕੈਮੀਕਲਾਂ ਨੂੰ ਇੱਕ ਦੂਜੇ ਨਾਲ ਮਿਕਸ ਕਰਕੇ ਕਿਵੇਂ ਉਹਨਾਂ ਤੋਂ ਅੱਗੇ ਹੋਰ ਰਸਾਇਣ ਤਿਆਰ ਕੀਤੇ ਜਾਂਦੇ ਆ, ਦਵਾਈਆਂ ਤਿਆਰ ਕੀਤੀਆਂ ਜਾਂਦੀਆਂ। ਸੋ ਇਹ ਕੈਮਿਸਟਰੀ। ਤੇ ਜਿਹੜਾ ਇਹ ਰਸਾਇਣ ਵਿਦਿਆ ਦਾ ਜਾਣੂ ਹੋਵੇ, ਮਾਹਿਰ ਹੋਵੇ, ਉਹਨੂੰ ਕਿਹਾ ਜਾਂਦਾ ਅਲਕੈਮਿਸਟ ਇੰਗਲਿਸ਼ ਦੇ ਵਿੱਚ। ਅੰਗਰੇਜ਼ੀ ਦੇ ਵਿੱਚ ਰਸਾਇਣ ਵਿਗਿਆਨ ਨੂੰ ਕਿਹਾ ਜਾਂਦਾ ਕੈਮਿਸਟਰੀ, ਤੇ ਜੋ ਇਸ ਦਾ ਮਾਹਿਰ ਹੋਵੇ ਉਹਨੂੰ ਕਿਹਾ ਜਾਂਦਾ ਅਲਕੈਮਿਸਟ। ਅੱਜ ਕੱਲ੍ਹ ਸਕੂਲਾਂ ਕਾਲਜਾਂ ਦੇ ਵਿੱਚ, ਕਿਉਂਕਿ ਪਹਿਲਾਂ ਤਾਂ ਇਸ ਤਰ੍ਹਾਂ ਹੁੰਦਾ ਸੀ ਵੀ ਇੱਕੋ ਹੀ ਪੜ੍ਹਾਈ ਸਾਰਿਆਂ ਨੂੰ 10ਵੀਂ 12ਵੀਂ ਤੱਕ ਕਰਾਈ ਜਾਂਦੀ ਸੀ, ਤੇ ਉਸ ਤੋਂ ਬਾਅਦ ਕਿਸੇ ਨੇ ਪੜ੍ਹਨਾ ਹੁੰਦਾ ਤੇ ਵੱਧ ਤੋਂ ਵੱਧ BA ਦੇ ਸਬਜੈਕਟ ਹੁੰਦੇ ਸੀ। ਪਰ ਅੱਜ ਕੱਲ੍ਹ ਜੋ ਯੁੱਗ ਬਦਲ ਰਿਹਾ ਹੈ, ਸਮੇਂ ਦੇ ਨਾਲ ਨਾਲ ਐਜੂਕੇਸ਼ਨ ਦਾ ਪੱਧਰ, ਵਿੱਦਿਆ ਦਾ ਪੱਧਰ ਵੀ ਬਦਲਦਾ ਜਾ ਰਿਹਾ ਹੈ। ਹਰ ਇੱਕ ਵਿਸ਼ੇ ਦੀ ਸਪੈਸ਼ਲਿਸਟ ਪੜ੍ਹਾਈ ਕਰਵਾਈ ਜਾਂਦੀ ਹੈ। ਵਿਸ਼ੇਸ਼ ਤੌਰ 'ਤੇ ਉਹ ਸਬਜੈਕਟ ਦੇ ਵਿੱਚ ਹੀ ਮਾਹਿਰ ਵਿਦਿਆਰਥੀਆਂ ਨੂੰ ਸਕੂਲਾਂ ਕਾਲਜਾਂ ਵਿੱਚ ਅਧਿਆਪਕਾਂ, ਟੀਚਰਾਂ, ਪ੍ਰੋਫੈਸਰਾਂ ਦੇ ਵੱਲੋਂ ਉਹਦੇ ਵਿੱਚ ਤਜਰਬੇਕਾਰ ਬਣਾਇਆ ਜਾਂਦਾ ਹੈ। ਸੋ ਇਸ ਕਰਕੇ ਜਿਹੜਾ ਰਸਾਇਣ ਵਿਦਿਆ ਦਾ ਜਾਣੂ ਹੈ ਉਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਅਲਕੈਮਿਸਟ, ਤੇ ਇਹ ਰਸਾਇਣ ਵਿਦਿਆ ਨੂੰ ਕਿਹਾ ਜਾਂਦਾ ਕੈਮਿਸਟਰੀ। ਤੇ ਇਹਦੇ ਵਿੱਚ ਇਹਨਾਂ ਧਾਤੂਆਂ ਦਾ
ਜਿਹੜਾ ਪ੍ਰਯੋਗ ਕੀਤਾ ਜਾਂਦਾ ਹੈ, ਇਹਨਾਂ ਧਾਤੂਆਂ ਦੇ ਉੱਤੇ ਤਜਰਬੇ ਕੀਤੇ ਜਾਂਦੇ ਹੈ ਅਤੇ ਬਹੁਤ ਬੇਸ਼ਕੀਮਤੀ ਦਵਾਈਆਂ ਰਸਾਇਣ ਇਤਿਆਦਿਕ ਤਿਆਰ ਕੀਤੀਆਂ ਜਾਂਦੀਆਂ ਹਨ। ਸੋ ਸਤਿਗੁਰੂ ਜੀ ਕਹਿੰਦੇ ਜੇਕਰ ਤੂੰ ਕੋਈ ਰਸਾਇਣ ਤਿਆਰ ਕਰਨਾ ਚਾਹੁੰਦਾ ਜਾਂ ਰਸਾਇਣ ਵਰਤਣਾ ਚਾਹੁੰਦਾ ਆਪਣੇ ਤਨ ਦੀ ਅਰੋਗਤਾ ਦੇ ਲਈ, ਉਸ ਵੇਲੇ ਵੀ ਇਹ ਬਾਣੀ ਦਾ ਜਾਪ ਕਰਨਾ ਇਸ ਪੌੜੀ ਦਾ। ਤੇ ਸ਼ਾਮ ਜੇ ਤੂੰ ਆਪਣੇ ਗੁਰੂ ਇਸ਼ਟ ਪੀਰ ਦੀ ਸ਼ਾਮ ਕਹੀਏ ਸ਼ਰਨ ਵਿੱਚ ਜਾਣਾ ਚਾਹੁੰਦਾ ਹੈ ਤਾਂ ਵੀ ਉਸ ਵੇਲੇ ਇਸ ਪੌੜੀ ਦਾ ਜਾਪ ਕਰ। ਹਾਂ, ਜਿਹੜਾ ਇਹ ਦੇਵ ਮੰਤਰ ਅਰ ਚਲਨ ਮੈਂ ਔਸ਼ਧ ਰਸਾਇਣ ਸ਼ਾਮ, ਇਹਦੇ ਵਿੱਚ ਕਹਿੰਦੇ ਫਿਰ ਤੂੰ ਕਵੀ ਜੀ ਦੇ ਤਰਤੀਬ ਅਨੁਸਾਰ ਤੀਜੀ ਪੌੜੀ ਦਾ ਜਾਪ ਕਰ, ਜਿਹੜੀ ਬਣਦੀ ਹੈ ਵੈਸੇ ਬਣਦੀ ਹੈ ਪਹਿਲੀ ਬਣਦੀ ਹੈ, ਪਰ ਇੱਥੇ ਉਹ ਜਿਹੜੀ ਪੌੜੀ ਹੈਗੀ ਆ ਇਹ ਇੱਥੇ ਦੂਜੀ ਬਣ ਜਾਏਗੀ। ਸੋ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਇਸ ਬਾਣੀ ਦੀ ਤੂੰ ਲਗਾਤਾਰ ਅਭਿਆਸ ਕਰ, ਇਸ ਪੌੜੀ ਦਾ ਜਾਪ ਕਰ। ਤੇ ਇਸੇ ਤਰ੍ਹਾਂ ਕਹਿੰਦੇ ਔਸ਼ਧ ਰਸਾਇਣ ਸ਼ਾਮ, ਔਸ਼ਧੀ ਵਾਸਤੇ, ਰਸਾਇਣ ਵਾਸਤੇ ਤੇ ਗੁਰੂ ਦੀ ਸ਼ਰਨ ਆਉਣ ਵਾਸਤੇ। ਫਿਰ ਕਹਿੰਦੇ ਤੂੰ ਉਸ ਤੋਂ ਅਗਲੀ ਪੌੜੀ ਦਾ ਜਾਪ ਗੁਰੂ ਚਰਨਾਂ ਦੇ ਵਿੱਚ ਕਰਨਾ ਹੈ, ਜਿਹੜੀ ਆਉਂਦੀ ਹੈ ਪੌੜੀ ਇਸ ਤੋਂ ਬਾਅਦ ਸੋਚੈ ਸੋਚ ਵਾਲੀ ਪੌੜੀ ਤੋਂ ਅਗਲੀ ਪੌੜੀ ਆਉਂਦੀ ਹੈ ਜਿਹੜੀ, ਉਸ ਪੌੜੀ ਦਾ ਤੂੰ ਬੜੇ ਪ੍ਰੇਮ ਦੇ ਨਾਲ ਜਾਪ ਕਰਨਾ ਕਰ। ਤੇ ਇਸੇ ਤਰ੍ਹਾਂ ਜਿਹੜੇ ਬਿਪਤਾ ਕਾਰਜ ਹਾਨ ਮੈਂ, ਇਹ ਤੁਕ ਦਾ ਅਰਥ ਰਹਿ ਗਿਆ ਸੀ। ਬਿਪਤਾ ਕਾਰਜ ਹਾਨ ਮੈਂ ਗਾਵੈ ਕੋ ਰਹਿ ਲਾਗ। ਕਹਿੰਦੇ ਜੇਕਰ ਕੋਈ ਬਿਪਤਾ ਆ ਜਾਵੇ ਤੇ ਕਾਰਜ ਤੇਰਾ ਰੁਕ ਜਾਵੇ, ਹਰੇਕ ਕਾਰਜ ਦੇ ਵਿੱਚ ਬਿਪਤਾ ਹੀ ਪਈ ਜਾਵੇ, ਰੁਕਾਵਟ ਹੀ ਪਈ ਜਾਵੇ, ਤਾਂ ਉਸ ਵੇਲੇ ਤੈਨੂੰ ਹਾਨੀ ਹੋਈ ਜਾਵੇ, ਹਰ ਪਾਸੋਂ ਘਾਟਾ ਤੋਟਾ ਹੀ ਪੈਂਦਾ ਰਹੇ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗਾਵੈ ਵਾਲੀ ਪੌੜੀ ਕਰ। ਗਾਵੈ ਵਾਲੀ ਪੌੜੀ ਹੈ ਜਿਹੜੀ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਇਸ ਤੋਂ ਪਹਿਲਾਂ ਦੋ ਪੌੜੀਆਂ ਦੱਸ ਦਿੱਤੀਆਂ, ਸੋਚੈ ਸੋਚ ਵਾਲੀ ਤੇ ਜਿਹੜੀ ਹੁਕਮ ਵਾਲੀ ਪੌੜੀ ਹੈ, ਉਹਨਾਂ ਦਾ ਜਾਪ ਕਰਨਾ। ਫਿਰ ਜਦੋਂ ਬਿਪਤਾ ਦਾ ਕਾਰਜ ਹੈ ਕੋਈ, ਜਾਂ ਹਾਨੀ ਹੁੰਦੀ ਹੈ, ਕੋਈ ਘਾਟਾ ਪੈਂਦਾ ਹੈ, ਉਸ ਵੇਲੇ ਕਹਿੰਦੇ ਗਾਵੈ ਕੋ ਰਹਿ ਲਾਗ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਨ, ਗਾਵੈ ਕੋ ਗੁਣ ਵਡਿਆਈਆ ਚਾਰ। ਇਸ ਪੌੜੀ ਦਾ ਲਗਾਤਾਰ ਜਾਪ ਕਰ। ਔਰ ਕਾਰਜ ਕਾਹੂ ਅਟਕ ਮੈਂ ਦੇ ਭੇਟ ਗੁਰ ਭਾਗ। ਜੇਕਰ ਕਹਿੰਦੇ ਤੇਰਾ ਕਾਰਜ ਵਾਰ-ਵਾਰ ਅਟਕਦਾ ਹੈ, ਕੋਈ ਬਹੁਤ ਵੱਡਾ ਕਾਰਜ ਰੁਕਿਆ ਹੋਇਆ, ਉਹਦੇ ਵਿੱਚ ਅਟਕ ਪੈ ਗਈ ਆ, ਰੁਕਾਵਟ ਪੈ ਗਈ, ਵਿਘਨ ਪੈ ਗਈ, ਤੇ ਨਾਲ ਹੋਰ ਕੀ ਕਰ, ਕਹਿੰਦੇ ਦੇ ਭੇਟ ਗੁਰ ਭਾਗ। ਗੁਰੂ ਦਾ ਜਿਹੜਾ ਹਿੱਸਾ ਹੈ, ਭਾਵ ਦਸਵੰਧ ਸੇਵਾ ਜਿਹੜੀ ਆਪਣੀ ਕਿਰਤ ਕਮਾਈ ਦੇ ਵਿੱਚੋਂ, ਉਹ ਗੁਰੂ ਚਰਨਾਂ ਵਿੱਚ ਭੇਟ ਕਰ। ਹਾਂ, ਕਹਿੰਦੇ ਜੇਕਰ ਤੂੰ ਨਵਾਂ ਘਰ ਬਣਾਇਆ, ਨਵੇਂ ਘਰ ਵਿੱਚ ਨਵਾਂ ਘਰ ਬਣਾਉਣ ਲੱਗਿਆ ਜਾਂ ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਲੱਗਿਆ, ਇਸੇ ਤਰ੍ਹਾਂ ਨਵ ਗੁਣ ਸੰਗ੍ਰਹਿ ਹੈ, ਤੇਰੇ ਕੋਲੇ ਗੁਣ ਪਹਿਲਾਂ ਹੀ ਬਹੁਤ ਹੈ, ਪਰ ਜੇ ਤੂੰ ਕੋਈ ਹੋਰ ਨਵਾਂ ਗੁਣ ਸਿੱਖਿਆ ਚਾਹੁੰਦਾ ਹੈ, ਨਵਾਂ ਗੁਣ ਸਿੱਖਣਾ ਚਾਹੁੰਦਾ, ਗੁਣ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਫਿਰ ਕਹਿੰਦੇ ਚੌਥੀ ਪੌੜੀ ਦਾ ਬੜੇ ਪ੍ਰੇਮ ਦੇ ਨਾਲ ਜਾਪ ਕਰ। ਜਪ ਜਪ ਸਮ ਪੜ ਸਬਦ ਦੇਨਾ, ਸਬਦ ਪੀਟ ਤਾਰ ਮਾਰ। ਹਾਂ, ਕਵੀ ਜੀ ਦੀ ਤਰਤੀਬ ਅਨੁਸਾਰ ਚੌਥੀ ਤੇ ਜਪਜੀ ਸਾਹਿਬ ਦੇ ਪਾਠ ਅਨੁਸਾਰ ਜਿਹੜੀ ਤੀਜੀ ਪੌੜੀ ਹੈ, ਕਹਿੰਦੇ ਉਹਨੂੰ ਜਪਣਾ ਕਿੰਨਾ ਸਮਾਂ? ਕਹਿੰਦੇ ਜਪ ਜਪ ਸਮ ਪੜ ਸਪਤ ਦਿਨ, ਸਪਤ ਭੇਟ ਧਾਰ ਮਾਰ। ਕਹਿੰਦੇ ਉਹਨੂੰ ਜਪਜੀ ਦੇ ਸਮਾਨ, ਭਾਵ ਕਵੀ ਜੀ 40 ਪੌੜੀਆਂ ਗਿਣ ਰਹੇ ਆ, 40 ਵਾਰ ਜਪ ਕਹਿੰਦੇ ਇੱਕ ਦਿਨ ਦੇ ਵਿੱਚ। ਤੇ ਕਿੰਨੇ ਵਾਰ? ਕਹਿੰਦੇ ਸਪਤ ਦਿਨ, 7 ਦਿਨ, ਭਾਵ ਪੂਰਾ ਹਫ਼ਤਾ ਹੀ ਲਗਾਤਾਰ ਉਸ ਬਾਣੀ ਨੂੰ ਰੋਜ਼ਾਨਾ 40 ਵਾਰ ਪੜ੍ਹਦਾ ਰਹੇ। ਤੇ ਸਪਤ ਭੇਟ ਧਰ ਮਾਨ, ਤੇ 7 ਪ੍ਰਕਾਰ ਦੀਆਂ ਭੇਟਾਵਾਂ, ਜਿਵੇਂ ਕੋਈ ਫਲ ਫਰੂਟ ਇਤਿਆਦਿਕ ਹੈ, ਵੱਖਰੀਆਂ ਵੱਖਰੀਆਂ ਚੀਜ਼ਾਂ ਗੁਰੂ ਚਰਨਾਂ ਵਿੱਚ ਸ਼ਰਧਾ ਭਾਵਨਾ ਦੇ ਨਾਲ ਭੇਟ ਕਰ। ਤੇ ਤੈਨੂੰ ਮਾਣ ਸਨਮਾਨ ਦੀ ਵੀ, ਜਾਂ ਸਤਿਗੁਰੂ ਜੀ ਦੇ ਮਾਣ ਸਨਮਾਨ ਵਾਸਤੇ, ਸਤਿਕਾਰ ਵਾਸਤੇ ਇਹ ਭੇਟਾ ਕਰ। ਹਾਂ, ਕਹਿੰਦੇ ਜੇ ਤੂੰ ਆਲਸੀ ਹੈ, ਦਰਿਦਰੀ ਹੈ, ਤੇ ਚਾਹੁੰਦਾ ਕਿ ਮੈਂ ਉਦਮੀ ਬਣ ਜਾਵਾਂ,
ਕਿਉਂਕਿ ਉਦਮ ਕਰੇਂਦਿਆ ਜੀਓ ਤੂੰ ਕਮਾਵਦਿਆ ਸੁਖ ਪੁੰਚ। ਸਤਿਗੁਰ ਸੱਚੇ ਪਾਤਸ਼ਾਹ ਨੇ ਬਾਰ-ਬਾਰ ਬਾਣੀ ਵਿੱਚ ਸਾਨੂੰ ਉਦਮੀ ਬਣਨ ਵਾਸਤੇ ਆਖਿਆ, ਸਿੱਖ ਨੂੰ ਆਲਸੀ ਨਹੀਂ ਬਣਾਇਆ। ਕਹਿੰਦੇ ਜੇ ਤੂੰ ਉਦਮ ਕਰਨਾ ਚਾਹੁੰਦਾ ਹੈ ਤਾਂ ਫਿਰ ਕਹਿੰਦੇ ਪੰਜਵੀਂ ਪੌੜੀ ਹੈ ਜਿਹੜੀ ਜਪਜੀ ਸਾਹਿਬ ਦੀ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖਹਿ ਮੰਗਹਿ ਦੇਹੇ ਦੇਹੇ ਦਾਤ ਕਰੇ ਦਾਤਾਰ। ਇਸ ਪੌੜੀ ਦਾ ਜਾਪ ਕਰ। ਔਰ ਯੁੱਧ ਮੈਂ ਛੇਵੀਂ, ਜੇਕਰ ਤੂੰ ਮੈਦਾਨੇ ਜੰਗ ਵਿੱਚ ਫਤਿਹ ਪ੍ਰਾਪਤ ਕਰਨੀ ਚਾਹੁੰਦਾ ਹੈ, ਮੈਦਾਨੇ ਜੰਗ ਦੇ ਵਿੱਚ ਦੁਸ਼ਮਣਾਂ ਦੇ ਉੱਤੇ ਵੈਰੀਆਂ ਦੇ ਉੱਤੇ ਵਿਜয়ੀ ਹੋਣਾ ਚਾਹੁੰਦਾ ਹੈ, ਤਾਂ ਕਹਿੰਦੇ ਫਿਰ ਤੂੰ ਛੇਵੀਂ ਪੌੜੀ ਦਾ ਜਾਪ ਕਰ। ਛੇਵੀਂ ਪੌੜੀ ਜੋ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਹੈ, ਕਵੀ ਜੀ ਦੀ ਤਰਤੀਬ ਅਨੁਸਾਰ ਇਹ ਬਣਦੀ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ। ਕਹਿੰਦੇ ਇਸ ਪੌੜੀ ਦਾ ਜਾਪ ਕਰ। ਇਸ ਤਰ੍ਹਾਂ ਸਪਤਮ ਬੰਧ, ਜਿਹੜੀ ਜੇਕਰ ਕੋਈ ਬੰਧਨ ਪਿਆ ਹੋਇਆ ਹੈ ਜਾਂ ਤੇਰਾ ਕੋਈ ਬੰਧ ਸੰਬੰਧੀ ਕੋਈ ਜੇਲ੍ਹ ਦੇ ਵਿੱਚ ਹੈ, ਥਾਣੇ ਵਿੱਚ ਡੱਕਿਆ ਹੋਇਆ ਹੈ, ਉਹਨੂੰ ਕੋਈ ਬੰਧਨ ਪੈ ਗਿਆ, ਜਕੜਿਆ ਹੋਇਆ, ਬੰਨਿਆ ਹੋਇਆ, ਤਾਂ ਕਹਿੰਦੇ ਸੱਤਵੀਂ ਪੌੜੀ ਦਾ ਜਾਪ ਕਰ। ਹਾਂ, ਇਸ ਪ੍ਰਕਾਰ ਕਹਿੰਦੇ ਜੇਕਰ ਕੋਈ ਇਸਤਰੀ ਕੋਈ ਬੀਬੀ ਬੱਚੇ ਨੂੰ ਜਨਮ ਦੇਣ ਵਾਲੀ ਹੋਵੇ, ਪਰ ਕਿਸੇ ਕਾਰਨ ਕਰਕੇ ਕਈ ਵਾਰ ਹੋ ਜਾਂਦਾ ਕੁਦਰਤੀ ਕੋਈ ਅਟਕ ਪੈ ਜਾਵੇ, ਰੁਕਾਵਟ ਪੈ ਜਾਵੇ, ਕੋਈ ਸਮੱਸਿਆ ਬਣ ਆਵੇ ਸਰੀਰਕ ਤੌਰ ਦੇ ਉੱਤੇ, ਤਾਂ ਕਹਿੰਦੇ 8ਵੀਂ ਪੌੜੀ ਦਾ ਜਾਪ ਕਰ। ਭਾਵ ਜਿਹੜੀ ਜਪਜੀ ਸਾਹਿਬ ਦੀ 7ਵੀਂ ਪੌੜੀ ਹੈ, ਕਵੀ ਜੀ ਦੀ ਤਰਤੀਬ ਅਨੁਸਾਰ 8ਵੀਂ, ਕਹਿੰਦੇ 8ਵੀਂ ਪੌੜੀ ਦਾ ਜਾਪ ਕਰ ਤੇ ਉਹ ਜਿਹੜਾ ਵਿਘਨ ਹੈ ਉਹ ਨਾਸ਼ ਹੋ ਜਾਵੇਗਾ। 9ਵੀਂ ਮੰਤਰ ਹੈ ਸੰਧ। ਤੇ ਫਿਰ ਕਹਿੰਦੇ ਜੇ ਤੇਰੇ ਉੱਤੇ ਕਿਸੇ ਨੇ ਕੋਈ ਤੰਤਰ ਮੰਤਰ ਕੀਤਾ ਹੋਇਆ, ਉਹਨੂੰ ਸੰਧਣ ਵਾਸਤੇ, ਉਹਨੂੰ ਰੋਕਣ ਵਾਸਤੇ, ਉਹਦੀ ਰੋਕ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ 8ਵੀਂ ਪੌੜੀ ਦਾ ਤੇ ਕਵੀ ਜੀ ਅਨੁਸਾਰ 9ਵੀਂ ਜਪਜੀ ਸਾਹਿਬ ਦੀ ਪੌੜੀ ਦਾ ਜਾਪ ਕਰ। ਜਪਜੀ ਸਾਹਿਬ ਦੀ 9ਵੀਂ ਪੌੜੀ, ਕਵੀ ਜੀ ਅਨੁਸਾਰ 10ਵੀਂ ਪੌੜੀ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਦੱਸਦੇ ਹਾਂ ਇਹ ਕਾਹਦੇ ਵਾਸਤੇ ਪੜ੍ਹਨੀ ਹੈ। ਕਹਿੰਦੇ ਵਣਜ ਜੈ, ਜੇਕਰ ਕਹਿੰਦੇ ਤੂੰ ਵਪਾਰ ਕਰਦਾ ਹੈ ਤੇ ਉਹਦੇ ਵਿੱਚ ਜੈ ਪ੍ਰਾਪਤ ਕਰਨਾ ਚਾਹੁੰਦਾ, ਚੰਗਾ ਵਪਾਰੀ ਬਣਨਾ ਚਾਹੁੰਦਾ ਹੈ, ਲਾਭ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਉਸ ਵੇਲੇ ਤੂੰ ਇਸ 10ਵੀਂ ਪੌੜੀ ਦਾ, ਜਪਜੀ ਸਾਹਿਬ ਦੀ 9ਵੀਂ ਪੌੜੀ ਦਾ ਜਾਪ ਕਰ। ਤੇ ਵਾਹਨ ਲੈਬੈ ਬੀਚ, ਜੇਕਰ ਤੂੰ ਕੋਈ ਵਾਹਨ ਖਰੀਦਣਾ ਚਾਹੁੰਦਾ, ਅਸਵਾਰੀ ਕੋਈ ਘੋੜਾ ਖਰੀਦਣਾ ਚਾਹੁੰਦਾ, ਹਾਥੀ ਖਰੀਦਣਾ ਚਾਹੁੰਦਾ, ਜਾਂ ਅਜੋਕੇ ਸਮੇਂ ਮੁਤਾਬਕ ਕਹਿ ਲਓ ਵੀ ਕੋਈ ਕਾਰ ਖਰੀਦਣੀ ਚਾਹੁੰਦਾ ਹੈ, ਕੋਈ ਟਰੈਕਟਰ ਖਰੀਦਣਾ ਚਾਹੁੰਦਾ ਹੈ, ਜਾਂ ਕੋਈ ਵੀ ਆਵਾਜਾਈ ਦਾ ਤੇਰਾ ਸਾਧਨ ਹੈ, ਉਹਨੂੰ ਖਰੀਦਣ ਵੇਲੇ ਵੀ ਇਸ ਪੌੜੀ ਦਾ ਜਾਪ ਕਰ। ਇਸੇ ਤਰ੍ਹਾਂ ਕਹਿੰਦੇ ਜਦੋਂ ਤੂੰ ਕਿਸੇ ਪਾਸੇ ਚੜ੍ਹਾਈ ਕਰੇ, ਚੜ੍ਹੇ ਕਿਰਿਆ ਵਿਕਿਰਿਆ ਵਿਖੇ, ਜਦੋਂ ਖਰੀਦੋ ਫਰੋਖਤ ਵਾਸਤੇ, ਜਿਵੇਂ ਵਪਾਰੀ ਸੌਦਾਗਰ ਜਾਂਦੇ ਆ ਨਾ, ਵੱਖ-ਵੱਖ ਦੀਪਾਂ ਤੇ, ਵੱਖ-ਵੱਖ ਟਾਪੂਆਂ ਤੇ, ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਹੈ ਤੇ ਉੱਥੋਂ ਸਮਾਨ ਲੈ ਕੇ ਆਉਂਦੇ ਆ ਸਸਤੇ ਭਾਅ ਦਾ, ਤੇ ਇੱਧਰਲੀਆਂ ਮੰਡੀਆਂ ਵਿੱਚ ਲਿਆ ਕੇ ਆਪਣਾ ਨਫਾ ਲਾਭ ਕੱਢ ਕੇ ਉਹਨੂੰ ਵੇਚ ਦਿੰਦੇ ਆ। ਕਹਿੰਦੇ ਜੇ ਤੂੰ ਕਿਰਿਆ ਵਿਕਿਰਿਆ ਵਾਲਾ, ਕੋਈ ਖਰੀਦੋ ਫਰੋਖਤ ਵਾਲਾ, ਸੌਦਾ ਕਰਨ ਜਾਣ ਵਾਲਾ ਸੌਦਾਗਰ ਹੈ, ਤਾਂ ਕਹਿੰਦੇ ਤੂੰ ਜਪਜੀ ਸਾਹਿਬ ਦੀ ਇਸ 11ਵੀਂ ਪੌੜੀ ਦਾ, ਵਿੱਚੇ ਮੂਲ ਮੰਤਰ ਨੂੰ ਗਿਣ ਕੇ ਉਹ ਤੋਂ ਅਗਲੀਆਂ ਜਿਹੜੀਆਂ 10 ਪੌੜੀਆਂ ਬਣਦੀਆਂ, ਕਹਿੰਦੇ ਇਸ 11ਵੀਂ ਪੌੜੀ ਦਾ ਜਾਪ ਕਰ। ਹਾਂ, ਪਿੱਛੇ ਅੱਧੀ ਪੰਕਤੀ ਜਿਹੜੀ ਰਹਿ ਗਈ ਸੀ, 11 ਪੌੜੀ ਖਿੱਚ, ਕਹਿੰਦੇ 11ਵੀਂ ਪੌੜੀ ਦਾ ਖਿੱਚ ਕੇ ਜਾਪ ਕਰ। ਭਾਵ ਬੜੀ ਚੜ੍ਹਦੀ ਕਲਾ ਦੇ ਨਾਲ, ਦ੍ਰਿੜਤਾ ਦੇ ਨਾਲ ਜਾਪ ਕਰ। ਤੇ 12ਵੀਂ ਜੋ 12ਵੀਂ ਹੈ, ਪੜ੍ਹ ਕਲਪਨ ਕਰੇ ਦੁੱਖ ਅਰਿਸ਼ਟ ਕੋ ਨਾਸ਼। ਕਹਿੰਦੇ ਜੇ ਤੇਰਾ ਮਨ ਸਾਰਾ ਦਿਨ ਕਲਪਨਾ ਹੀ ਕਰਦਾ ਰਹਿੰਦਾ, ਚਿੰਤਾਵਾਂ ਵਿੱਚ ਘਿਰਿਆ ਰਹਿੰਦਾ, ਇਹਨੂੰ ਕਹਿੰਦੇ ਆ ਆਦੀ ਰੋਗ, ਆਦੀ। ਤੇ ਇਸੇ ਤਰ੍ਹਾਂ ਕਹਿੰਦੇ ਜੇਕਰ ਤੇਰੇ ਸਰੀਰ ਨੂੰ ਕੋਈ ਦੁੱਖ ਆ ਗਿਆ, ਸਰੀਰਕ ਰੋਗ ਹੈ, ਇਹਨੂੰ ਕਹਿੰਦੇ ਆ ਵਿਆਧੀ। ਆਦੀ, ਵਿਆਧੀ ਤੇ ਉਪਾਧੀ, 3 ਪ੍ਰਕਾਰ ਦੇ ਦੁੱਖ ਜਿਹੜੇ ਹੈ ਮਨੁੱਖਾ ਸਰੀਰ ਨੂੰ ਲੱਗਦੇ ਹੈ। ਮਨ ਦੇ ਮਾਨਸਿਕ ਰੋਗ ਹੈ, ਚਿੰਤਾ ਕਲਪਨਾ ਇਤਿਆਦਿਕ, ਇਹ ਆਦੀ ਹੈ। ਸਰੀਰਕ ਦੁੱਖ ਹੈ ਕੋਈ, ਇਹ ਵਿਆਧੀ ਹੈ। ਤੇ ਗੁਰਮੁਖ ਪਿਆਰਿਓ, ਇਸੇ ਪ੍ਰਕਾਰ ਅਰਿਸ਼ਟ ਕੋ ਨਾਸ਼,
ਕਹਿੰਦੇ ਜੇ ਕੋਈ ਅਰਿਸ਼ਟ ਕੋਈ ਵੈਰੀ ਆ ਪਿਆ, ਆ ਕੇ ਤੇਰੇ ਉੱਤੇ ਇੱਕਦਮ ਧਾਵਾ ਬੋਲ ਦਿੱਤਾ, ਉਹਨੇ ਗੋਲੀ ਚਲਾ ਦਿੱਤੀ, ਗੰਡਾਸਾ ਮਾਰਿਆ, ਤੇਰੇ ਵਰਛਾ ਮਾਰ ਦਿੱਤਾ, ਕਿਰਪਾਨ ਨਾਲ ਵਾਰ ਕਰ, ਇੱਕਦਮ ਆ ਕੇ ਪੈ ਜਾਣਾ, ਉੱਪਰੋਂ ਪੈ ਜਾਣਾ, ਇਹਨੂੰ ਕਹਿੰਦੇ ਆ ਉਪਾਧੀ, ਉਪਾਦ, ਉੱਪਰੋਂ ਆ ਕੇ ਪੈ ਜਾਣਾ। ਸੋ ਕਹਿੰਦੇ ਆਦਿ ਵਿਆਧੀ ਉਪਾਧੀ ਇਹਨਾਂ ਸਾਰਿਆਂ ਦਾ ਨਾਸ਼ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਫੇਰ ਤੂੰ ਜਿਹੜਾ ਇਹ ਜਪਜੀ ਸਾਹਿਬ ਦੀ 12ਵੀਂ ਪੌੜੀ ਦਾ ਜਾਪ ਕਰ, ਤਾਂ ਕਿ ਇਹ ਤਿੰਨੇ ਪ੍ਰਕਾਰ ਦੇ ਦੁੱਖਾਂ ਕਲੇਸ਼ਾਂ ਆਦਿ ਉਪਾਧੀ ਦਾ ਆਦਿ ਉਪਾਧੀ ਵਿਆਧੀ ਦਾ ਨਾਸ਼ ਹੋ ਜਾਵੇ। ਹਾਂ, ਕਹਿੰਦੇ ਜਪਜੀ ਸਾਹਿਬ ਦੀ ਸਮੇਤ ਮੂਲ ਮੰਤਰ ਨੂੰ ਗਿਣ ਕੇ ਜਿਹੜੀ 13ਵੀਂ ਪੌੜੀ ਬਣਦੀ ਹੈ, ਨੰਬਰ ਵਾਈਜ਼ 12ਵੀਂ ਬਣਦੀ ਹੈ। ਕਹਿੰਦੇ ਜਦੋਂ ਇਸ ਪੌੜੀ ਦਾ ਜਾਪ ਕਰੇਗਾ ਤੇ ਸਿੱਧਨ ਭਜੈ, ਜੇ ਤੂੰ ਇਹਦੀ ਕਮਾਈ ਕਰੇਗਾ, ਜਾਪ ਕਰੇਗਾ ਤੇ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਜਾਏਗਾ। ਕਿਉਂਕਿ 9 ਨਿੱਧੀਆਂ 18 ਸਿੱਧੀਆਂ ਜਿਹੜੀਆਂ ਧਰਮ ਗ੍ਰੰਥਾਂ ਵਿੱਚ ਲਿਖੀਆਂ, ਇਹਦੇ ਵਿੱਚ ਆਉਂਦੀਆਂ ਹੁੰਦੀਆਂ ਜਿਵੇਂ ਲਗਮਾ, ਗਰਮਾ, ਅਣਿਮਾ ਤੇ ਦੂਰਦਰਸ਼ਨ, ਦੂਰ ਸ਼ਰਾਵਣ, ਪਰ ਕਾਇਆ ਪ੍ਰਵੇਸ਼, ਆਪਣੇ ਸਰੀਰ ਨੂੰ ਆਪਣੀ ਇੱਛਾ ਮੁਤਾਬਕ ਬਹੁਤ ਛੋਟਾ ਕਰ ਲੈਣਾ, ਕਦੇ ਬਹੁਤ ਵੱਡਾ ਕਰ ਲੈਣਾ, ਪਤਲਾ ਕਰ ਲੈਣਾ, ਅਣੂ ਦੇ ਸਮਾਨ ਅਣਿਮਾ, ਤੇ ਗਰਿਮਾ ਬਹੁਤ ਵੱਡਾ ਹਾਥੀ ਵਰਗਾ ਕਰ ਲੈਣਾ। ਤੇ ਇਸੇ ਤਰ੍ਹਾਂ ਪਰ ਕਾਇਆ ਪ੍ਰਵੇਸ਼, ਕਿਸੇ ਦੂਜੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਣਾ, ਇਹ ਰਿੱਧੀਆਂ ਸਿੱਧੀਆਂ ਦੁਆਰਾ ਸੰਭਵ ਹੁੰਦਾ ਹੈ। ਇੱਥੇ ਬੈਠਿਆਂ ਕਿਤੇ ਬਹੁਤ ਦੂਰ ਦੇ ਵਿੱਚ ਦੂਰ ਬੈਠੇ ਲੋਕ ਗੱਲਬਾਤ ਕਰ ਰਹੇ, ਉਹਨਾਂ ਦੀ ਗੱਲ ਸੁਣ ਲੈਣੀ, ਦੂਰ ਸ਼ਰਾਵਣ। ਇਸੇ ਤਰ੍ਹਾਂ ਕੋਈ ਬਹੁਤ ਦੂਰ ਕੋਈ ਘਟਨਾ ਵਾਪਰ ਰਹੀ ਹੈ, ਇੱਥੋਂ ਬੈਠਿਆਂ ਉਹ ਅੰਤਰਿਆਮਤਾ ਦੇ ਨਾਲ ਦੇਖ ਲੈਣਾ, ਦੂਰਦਰਸ਼ਨ। ਇਸ ਪ੍ਰਕਾਰ ਦੀਆਂ ਇਹ 18 ਸਿੱਧੀਆਂ ਹਨ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਇਹਨਾਂ ਦੀ ਪ੍ਰਾਪਤੀ ਕਰਨੀ ਚਾਹੁੰਦਾ ਤੇ 13ਵੀਂ ਪੌੜੀ ਦਾ ਜਾਪ ਕਰ ਤੇ ਕਾਰਜ ਰਾਜਸ ਰਾਸ। ਜੇਕਰ ਤੇਰਾ ਕੋਈ ਰਾਜਸੀ ਕਾਰਜ ਹੈ, ਰਾਜਨੀਤੀ ਵਾਲੇ ਲੋਕਾਂ ਨਾਲ ਤੈਨੂੰ ਕੋਈ ਕੰਮ ਹੈ, ਉਹ ਰਾਸ ਕਰਿਆ ਲੋੜਦਾ ਹੈ ਕਿ ਉਹ ਸਫਲ ਹੋ ਜਾਵੇ, ਤੇ ਤਾਂ ਵੀ ਕਹਿੰਦੇ ਇਹ 13ਵੀਂ ਪੌੜੀ ਦਾ ਜਪਜੀ ਸਾਹਿਬ ਦੀ 12ਵੀਂ ਪੌੜੀ ਦਾ ਜਾਪ ਕਰ। ਇਸੇ ਪ੍ਰਕਾਰ ਕਹਿੰਦੇ ਜੰਤਰਾਂ ਦੇ ਵਿੱਚ ਜੇਕਰ ਕਿਸੇ ਨੇ ਤੇਰੇ ਤੋਂ ਕੋਈ ਜੰਤਰ, ਕੋਈ ਧਾਗਾ ਤਵੀਤ ਲਿਖ ਕੇ ਜਿਹੜਾ ਕੀਤਾ ਜਾਂਦਾ ਹੁੰਦਾ, ਉਹ ਜੰਤਰ ਹੈ। ਜਿਹੜਾ ਜ਼ੁਬਾਨ ਨਾਲ ਬੋਲ ਕੇ ਕੀਤਾ ਜਾਂਦਾ ਉਹ ਮੰਤਰ ਹੈ। ਇਹ ਜੰਤਰ ਤੇ ਮੰਤਰ ਦਾ ਫਰਕ ਹੁੰਦਾ ਹੈ। ਤੇ ਕਹਿੰਦੇ ਜੇਕਰ ਕਿਸੇ ਨੇ ਕੋਈ ਜੰਤਰ ਵਗੈਰਾ ਦਾ ਤੇਰੇ ਤੇ ਅਸਰ ਹੋ ਗਿਆ, ਕਿਸੇ ਨੇ ਕੁਝ ਕੀਤਾ ਕਰਾਇਆ ਹੈ, ਕੋਈ ਧਾਗਾ ਤਵੀਤ ਇਸ ਪ੍ਰਕਾਰ ਦਾ, ਤੇ ਕਹਿੰਦੇ 14 ਕਹਿਓ, ਜਿਹੜੀ ਜਪਜੀ ਸਾਹਿਬ ਦੀ 13ਵੀਂ ਪੌੜੀ ਹੈ ਤੇ ਕਵੀ ਜੀ ਦੀ ਤਰਤੀਬ ਅਨੁਸਾਰ 14 ਨੰਬਰ ਬਣਦੀ ਹੈ। ਕਹਿੰਦੇ ਇਸ ਪੌੜੀ ਦਾ ਜਾਪ ਕਰ। ਪੰਚਦਸ਼ੀ ਤੇ ਭੂਤ, ਜੇ ਕੋਈ ਭੂਤ ਪ੍ਰੇਤ ਦਾ ਸਾਇਆ ਹੈ ਤੈਨੂੰ ਤੰਗ ਕਰਦਾ ਹੈ ਤਾਂ ਫਿਰ ਕਹਿੰਦੇ ਪੰਚਦਸ਼ੀ, 5 ਤੇ 10 15, 15ਵੀਂ ਪੌੜੀ ਦਾ ਜਪਜੀ ਸਾਹਿਬ ਜੀ ਦਾ ਜਾਪ ਕਰ। ਖੋੜਸ ਨਾਮ ਹੈ 16 ਦਾ, 16 ਨੰਬਰ ਤੇ ਜਿਹੜੀ ਪੌੜੀ ਆ ਰਹੀ ਹੈ ਮੂਲ ਮੰਤਰ ਨੂੰ ਵਿੱਚ ਗਿਣ ਕੇ, ਤੇ ਜਪਜੀ ਸਾਹਿਬ ਦੀ ਜਿਹੜੀ 15ਵੀਂ ਪੌੜੀ ਬਣਦੀ ਹੈ। ਕਹਿੰਦੇ ਇਸ ਪੌੜੀ ਦਾ ਜਾਪ ਜੇਕਰ ਕਰੇਗਾ ਤੇ ਡਾਕਨ ਤਜੈ, ਜੇ ਕੋਈ ਡੈਣ ਦੀ ਨਜ਼ਰ ਵਗੈਰਾ ਲੱਗੀ ਹੈ ਉਹ ਤੋਂ ਖਹਿੜਾ ਛੁੱਟ ਜਾਏਗਾ। ਤੇ 7 10 ਮੋਹਨ ਕੂਤ, 7 ਤੇ 10 ਭਾਵ 17ਵੀਂ ਪੌੜੀ, 16ਵੀਂ ਪੌੜੀ ਜਿਹੜੀ ਜਪਜੀ ਸਾਹਿਬ ਦੀ ਹੈ ਕਵੀ ਅਨੁਸਾਰ 17ਵੀਂ। ਤੇ ਕਹਿੰਦੇ ਮੋਹਨ ਕੂਤ, ਇਹਦੇ ਨਾਲ ਲੋਕ ਤੇਰੇ ਉੱਤੇ ਲੁਭਾਏ ਮਨ ਹੋਣਗੇ, ਤੈਨੂੰ ਚੰਗਾ ਸਮਝਣ ਲੱਗ ਪੈਣਗੇ, ਤੇਰੇ ਵੱਲ ਉਹਨਾਂ ਦਾ ਆਕਰਸ਼ਣ ਹੋਵੇਗਾ। ਹਾਂ, ਕਹਿੰਦੇ ਜੇਕਰ ਤੂੰ 18 ਵਿਦਿਆ ਪੜ੍ਹਨੀਆਂ ਚਾਹੁੰਦਾ ਹੈ, 18 ਵਿਦਿਆ ਦਾ ਜਾਣੂ ਹੋਣਾ ਚਾਹੁੰਦਾ ਹੈ, 18 ਵਿਦਿਆ ਦੀ ਸ਼ੁਰੂਆਤ ਕਰਨੀ ਚਾਹੁੰਦਾ ਹੈ, ਤੇ ਜਿਹੜੀ 18ਵੀਂ ਪੌੜੀ ਹੈ ਜਪਜੀ ਸਾਹਿਬ ਦੀ 17ਵੀਂ ਪੌੜੀ, ਕਹਿੰਦੇ ਇਸ ਪੌੜੀ ਦਾ ਨਿੱਤਾ ਪ੍ਰਤੀ ਹੀ ਉੱਠ ਕੇ ਅਭਿਆਸ ਕਰ। ਤੇ ਜਦੋਂ ਅਭਿਆਸ ਕਰੇਗਾ ਨਿਤ ਉੱਠ ਵਿਦਿਆ ਹੇਤ, ਵਿਦਿਆ ਦੇ ਕਾਰਨ, ਵਿਦਿਆ ਪ੍ਰਾਪਤੀ ਦੇ ਲਈ ਇਹਦਾ ਜਿਸ ਵੇਲੇ ਅਭਿਆਸ ਕਰੇਗਾ। ਕਹਿੰਦੇ ਖਟ ਮਾਹੇ 6 ਮਹੀਨਿਆਂ ਦੇ ਵਿੱਚ ਤੇਰੀ ਵਿਦਿਆ ਦੇ ਵਿੱਚ ਵ੍ਰਿਧੀ ਹੋ ਜਾਵੇਗੀ, ਵਾਧਾ ਹੋ ਜਾਏਗਾ। ਕਿੰਨਾ ਵਾਧਾ ਹੋ ਜਾਏਗਾ ਕਿ ਨਿਰਮਲ ਬੁੱਧ ਸੁਚੇਤ,
ਬੁੱਧੀ ਤੇਰੀ ਨਿਰਮਲ ਹੋ ਜਾਏਗੀ, ਹਰ ਪ੍ਰਕਾਰ ਦੀ ਵਿੱਦਿਆ ਤੈਨੂੰ ਯਾਦ ਰਹਿਣ ਲੱਗ ਪਵੇਗੀ, ਤੇਰੀ ਮੈਮਰੀ, ਤੇਰੀ ਯਾਦ ਸ਼ਕਤੀ ਵੱਧ ਜਾਵੇਗੀ। ਤੇ ਇਸੇ ਤਰ੍ਹਾਂ ਬੁੱਧੀ ਦੇ ਵਿੱਚ ਚੰਗੇ ਵਿਚਾਰ ਆਉਣਗੇ, ਨਿਰਮਲ ਹੋ ਜਾਏਗੀ, ਮੈਲ ਤੋਂ ਰਹਿਤ ਹੋ ਜਾਏਗੀ, ਕੋਈ ਵਿਕਾਰ ਨਹੀਂ ਫੁਰਨਗੇ, ਬੁੱਧੀਮਾਨ ਹੋ ਜਾਏਗਾ ਤੇ ਸੁਚੇਤ ਵੀ ਹੋ ਜਾਏਗਾ। ਸੁਚੇਤ ਚਤੁਰ ਬਣ ਜਾਵੇਗਾ, ਭਾਵ ਇਸ਼ਾਰਾ ਕੀਤੇ ਗੱਲ ਨੂੰ ਸਮਝਣ ਵਾਲਾ ਹੋ ਜਾਵੇਗਾ। ਹਾਂ, ਕਹਿੰਦੇ 19ਵੀਂ ਪੌੜੀ ਦਾ ਭਾਵ ਜਪਜੀ ਸਾਹਿਬ ਦੀ 18ਵੀਂ ਪੌੜੀ ਦਾ ਜਾਪ ਉਸ ਵੇਲੇ ਕਰਨਾ ਹੈ ਜਿਸ ਵੇਲੇ ਸੁੰਨੀ ਜੋਗ, ਜੋ ਸੁੰਨ ਪਾਰ ਬ੍ਰਹਮ ਪਰਮੇਸ਼ਰ ਹੈ ਨਾ, ਅਫੁਰ ਹੈ ਜਿਹੜਾ, ਉਹਦੇ ਵਿੱਚ ਜੋਗ ਤੂੰ ਜੁੜਨਾ ਚਾਹੁੰਦਾ ਹੋਵੇ, ਜੋਗ ਨਾਮ ਜੁੜਨ ਦਾ ਹੈ, ਉਹਦੇ ਵਿੱਚ ਜੁੜਨਾ ਚਾਹੇਗਾ ਤਾਂ ਕਹਿੰਦੇ 19ਵੀਂ ਪੌੜੀ ਦਾ ਬਹੁਤ ਚੰਗੇ ਤਰੀਕੇ ਦੇ ਨਾਲ ਜਾਪ ਕਰ ਤੇ ਬਿੰਸੀ ਨਾਰ ਸੰਜੋਗ। ਕਹਿੰਦੇ ਬਿੰਸੀ ਭਾਵ 20ਵੀਂ ਪੌੜੀ ਹੈ ਜਿਹੜੀ, ਇਸ ਨੂੰ ਜੇਕਰ ਪੜ੍ਹੇਗਾ ਤੇ ਤੇਰਾ ਚੰਗੀ ਇਸਤਰੀ ਦੇ ਨਾਲ ਸੰਜੋਗ ਭਾਵ ਵਿਵਾਹ ਰਚਿਆ ਜਾਵੇਗਾ, ਆਨੰਦ ਕਾਰਜ ਹੋਵੇਗਾ ਚੰਗੇ ਜੀਵਨ ਵਾਲੀ ਬੀਬੀ ਦੇ ਨਾਲ। ਹਾਂ, ਜੇਕਰ ਚੰਗੀ ਸੰਤਾਨ ਘਰ ਦੇ ਵਿੱਚ ਲੋੜਦਾ ਹੈ ਵੀ ਮੇਰੇ ਪੁੱਤਰ ਧੀਆਂ ਬੜੇ ਲਾਇਕ ਹੋਣ, ਬੜੇ ਰਿਸ਼ਟ ਪੁਸ਼ਟ ਹੋਣ, ਸੁੰਦਰ ਸਰੀਰ ਉਹਨਾਂ ਦਾ ਹੋਵੇ, ਚਿਹਰਾ ਮੋਹਰਾ ਸੁੰਦਰ ਹੋਵੇ, ਸੁੰਦਰ ਛਵੀ ਵਾਲੇ ਹੋਣ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ 21ਵੀਂ ਪੌੜੀ ਦਾ ਭਾਵ ਜਪਜੀ ਸਾਹਿਬ ਦੀ 20ਵੀਂ ਪੌੜੀ ਦਾ ਜਾਪ ਕਰ। ਔਰ ਮਿੱਤਰ ਮ੍ਰਿਤ ਸੁੱਤ ਬਾਵੀ ਜੋਗ, ਮ੍ਰਿਤੂ ਹੋ ਜਾਂਦੀ ਹੈ ਜਿਸ ਦੀ ਸੰਤਾਨ ਦੀ, ਕਈ ਬੀਬੀਆਂ ਹੁੰਦੀਆਂ ਉਹਨਾਂ ਨੂੰ 8 ਰਹਿ ਦੀ ਬਿਮਾਰੀ ਹੋ ਜਾਂਦੀ ਹੈ, ਉਹਨਾਂ ਦਾ ਬੱਚਾ ਕੋਈ 8ਵੇਂ ਦਿਨ, ਕੋਈ 18ਵੇਂ ਦਿਨ, ਕੋਈ 8ਵੇਂ ਮਹੀਨੇ, ਕੋਈ 8ਵੇਂ ਸਾਲ, ਇਸ ਤਰ੍ਹਾਂ ਕਰਕੇ ਚੜ੍ਹਾਈ ਕਰਨ ਲੱਗ ਜਾਂਦੇ ਆ ਜਨਮ ਤੋਂ ਬਾਅਦ। ਤੇ ਜਾਂ ਕਈ ਜਨਮ ਲੈਣ ਸਾਰ ਚੜ੍ਹਾਈ ਕਰ ਜਾਂਦੇ ਆ, ਕਈ ਮਾਤਾ ਦੇ ਪੇਟ ਦੇ ਵਿੱਚ ਹੀ ਉਹਨਾਂ ਦੀ ਮ੍ਰਿਤੂ ਹੋ ਜਾਂਦੀ ਹੈ। ਉਹਨਾਂ ਦੀ ਰੱਖਿਆ ਦੇ ਵਾਸਤੇ ਕਿ ਸ਼ੁਭ ਸੰਤਾਨ ਘਰ ਦੇ ਵਿੱਚ ਪੈਦਾ ਹੋਵੇ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ 20ਵੀਂ ਪੌੜੀ ਦਾ ਬੜੇ ਪ੍ਰੇਮ ਦੇ ਨਾਲ ਜੁੜ ਕੇ ਜਾਪ ਕਰ। ਹਾਂਜੀ, ਇਹ 20ਵੀਂ ਪੌੜੀ ਦਾ ਕਰਨਾ ਸੰਤਾਨ ਦੀ ਪੈਦਾਇਸ਼ ਦੇ ਵਾਸਤੇ ਕਿ ਘਰ ਵਿੱਚ ਸੰਤਾਨ ਪੈਦਾ ਹੋਵੇ। ਤੇ 22 ਜੋਗ, 22ਵੀਂ ਪੜ੍ਹਨੀ ਯੋਗ ਹੈ ਜਦੋਂ ਬੱਚਿਆਂ ਦੀ ਮੌਤ ਹੁੰਦੀ ਹੋਵੇ, ਬੱਚੇ ਬਚਦੇ ਨਾ ਹੋਣ। ਤੇ ਅੱਗੇ ਹੁਣ ਅਗਲੀ ਪੰਕਤੀ ਦੇ ਵਿੱਚ 23 ਰਿੱਧਨ ਅਖੁੱਟ ਮੈਂ 24 ਚਾਤੁਰ ਪ੍ਰੀਤ। ਕਹਿੰਦੇ 23ਵੀਂ ਪੌੜੀ ਦਾ ਕਵੀ ਜੀ ਅਨੁਸਾਰ ਜਿਹੜੀ 23ਵੀਂ ਬਣਦੀ ਹੈ ਤੇ ਜਪਜੀ ਸਾਹਿਬ ਦੀ 22ਵੀਂ ਪੌੜੀ ਹੈ। ਕਹਿੰਦੇ ਜੇਕਰ ਉਹਦਾ ਜਾਪ ਕਰੇਗਾ ਤੇ ਰਿੱਧਨ ਅਖੁੱਟ, ਜਿਹੜੀਆਂ ਰਿੱਧੀਆਂ ਹੈਗੀਆਂ ਨਾ 18 ਸਿੱਧੀਆਂ ਗਿਣੀਆਂ, ਉਹਨਾਂ ਦੇ ਵਿੱਚ ਰਿੱਧੀਆਂ ਵੀ ਹੁੰਦੀਆਂ। ਤੇ ਰਿੱਧੀ ਉਸ ਨੂੰ ਵੀ ਕਹਿੰਦੇ ਆ ਕੋਈ ਪਦਾਰਥ ਰਿੱਧਾ ਹੋਵੇ, ਰਿੰਨਿਆ ਹੋਇਆ ਹੋਵੇ ਤੇ ਉਹ ਅਖੁੱਟ ਹੋਵੇ, ਉਹਦੇ ਵਿੱਚ ਤੋਟਾ ਨਾ ਆਵੇ, ਉਹ 'ਚ ਘਾਟਾ ਨਾ ਪਵੇ ਜਦੋਂ ਵਰਤਾਉਣ ਲੱਗੀਏ। ਤੇ ਕਹਿੰਦੇ ਜਦੋਂ ਇਸ ਤਰ੍ਹਾਂ ਪਦਾਰਥ ਤਿਆਰ ਕੀਤਾ, ਕੁਝ ਰਿੰਨਿਆ ਹੋਇਆ, ਉਹਨੂੰ ਵਰਤਾਉਣ ਲੱਗਣਾ। ਤੇ ਵਰਤਾਉਣ ਤੋਂ ਪਹਿਲਾਂ ਇਹ 23ਵੀਂ ਪੌੜੀ ਦਾ ਜੇਕਰ ਜਾਪ ਕੀਤਾ ਜਾਵੇ, ਜਪਜੀ ਸਾਹਿਬ ਦੀ 22ਵੀਂ ਪੌੜੀ ਦਾ ਵਿੱਚੇ ਮੂਲ ਮੰਤਰ ਗਿਣ ਕੇ 23ਵਾਂ ਨੰਬਰ ਬਣਦਾ ਹੈ। ਸੋ ਕਹਿੰਦੇ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਤੋਟਾ ਨਹੀਂ ਆਵੇਗਾ, ਤੋਟ ਨਾ ਆਵੇ, ਵੱਧਦੋ ਜਾਈ, ਉਹਦੇ ਵਿੱਚ ਵਾਧਾ ਹੀ ਹੋਵੇਗਾ, ਕਦੇ ਘਾਟਾ ਨਹੀਂ ਹੋਵੇਗਾ। ਸੋ ਜਿਹੜੇ ਗੁਰਮੁਖ ਪਿਆਰੇ ਜਪਜੀ ਸਾਹਿਬ ਦੇ ਨੇਮ ਦੇ ਅਨੁਸਾਰ ਜਾਪ ਕਰਦੇ ਆ, ਪਾਠ ਕਰਦੇ ਆ, ਉਹਨਾਂ ਦੇ ਹੱਥਾਂ ਦੇ ਵਿੱਚ ਫਿਰ ਇੰਨੀ ਬਰਕਤ ਹੋ ਜਾਂਦੀ ਹੈ ਵੀ ਜੇਕਰ ਉਹ ਰਿੰਨੇ ਹੋਏ ਅੰਨ ਨੂੰ, ਬਣੇ ਹੋਏ ਭੋਜਨ ਪ੍ਰਸ਼ਾਦੇ ਨੂੰ ਹੱਥ ਲਾ ਦੇਣ ਨਾ, ਆਪ ਵਰਤਾਉਣ ਲੱਗ ਪੈਣ, ਭਾਵੇਂ ਥੋੜ੍ਹਾ ਹੀ ਹੋਵੇ, ਹਜ਼ਾਰਾਂ ਕੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਜਾਵੇ, ਉਹਨੂੰ ਵਰਤਾ ਦੇਣ, ਉਹਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ। ਤੇ ਮੈਨੂੰ ਨਾਲ ਹੀ ਲੱਗਦਾ ਪ੍ਰਮਾਣ ਚੇਤੇ ਆ ਗਿਆ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ 25 ਦਸੰਬਰ 1981 ਦੀ ਗੱਲ ਹੈ ਜੀ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਿਹੜੇ ਮਹਾਂਪੁਰਖਾਂ ਦੇ ਪਰਿਵਾਰਕ ਮੈਂਬਰ ਹੈ, ਉਹਨਾਂ ਦੇ ਭਤੀਜੇ ਵੀ ਆ ਸਕੇ। ਸੋ ਉਹਨਾਂ ਦੇ ਵਿਆਹ ਦਾ ਦਿਨ ਸੀ 25 ਦਸੰਬਰ 1981। ਤੇ ਮਹਾਂਪੁਰਖਾਂ ਨੇ, ਮੈਂ ਥੋੜ੍ਹਾ ਜਿਹਾ ਹੋਰ ਇਹਨੂੰ ਪਿੱਛੇ ਤੋਂ ਦੱਸਦਾ, ਬਚਪਨ ਦੇ ਵਿੱਚ ਨਾ ਭਾਈ ਜਸਵੀਰ ਸਿੰਘ ਜੀ
ਇਹ ਲੰਡੇ ਪਿੰਡ ਹੈਗਾ ਰੋਡਿਆਂ ਦੇ ਨਾਲ ਹੀ, ਮੋਗੇ ਜ਼ਿਲ੍ਹੇ ਵਿੱਚ। ਸੰਤਾਂ ਦਾ ਪਿੰਡ ਜਾਂ ਸਿੰਘ ਸਾਹਿਬ ਜੀ ਦਾ ਪਿੰਡ ਇਹਨਾਂ ਦਾ ਰੋਡੇ ਹੈ, ਤੇ ਨਾਲ ਵਾਲਾ ਪਿੰਡ ਲੰਡੇ ਹੈ। ਤੇ ਜਿਵੇਂ ਕਈ ਪਿੰਡਾਂ ਦਾ ਇਕੱਠੇ ਨਾਮ ਨਹੀਂ ਲੈ ਦਿੱਤਾ ਜਾਂਦਾ, ਤੇ ਉਵੇਂ ਉਹ ਇਕੱਠਾ ਹੀ ਨਾਂ ਲਿਆ ਜਾਂਦਾ ਵੀ ਰੋਡੇ ਲੰਡੇ ਜਾਣਾ ਆਪਾਂ। ਇਹ ਲੰਡੇ ਪਿੰਡ ਦੇ ਸਕੂਲ ਦੇ ਵਿੱਚ ਭਾਈ ਜਸਵੀਰ ਸਿੰਘ ਜੀ ਪੜ੍ਹਦੇ ਸਨ, ਤੇ ਸਕੂਲੋਂ ਆਉਂਦਿਆਂ ਰਸਤੇ ਵਿੱਚ ਪੈਂਦੇ ਸੀ ਖੇਤ, ਤੇ ਖੇਤ ਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਉਹ ਕੰਮ ਕਰ ਰਹੇ ਸਨ, ਕਿਰਤ ਕਰ ਰਹੇ ਸਨ। ਤੇ ਇਦਾਂ ਹੀ ਹੁੰਦਾ ਸੀ ਰੋਜ਼ਾਨਾ ਵੀ ਜਦੋਂ ਉਹਨਾਂ ਨੇ ਪੜ੍ਹ ਕੇ ਸਕੂਲੋਂ ਆਉਣਾ, ਮਹਾਂਪੁਰਖਾਂ ਦੇ ਨਾਲ ਕੁਦਰਤੀ ਉਹਨਾਂ ਦਾ ਪ੍ਰੇਮ ਬਹੁਤ ਸੀ ਪਹਿਲਾਂ ਤੋਂ ਹੀ। ਅੱਧੀ ਅੱਧੀ ਰਾਤ ਤੱਕ ਐਵੇਂ ਹੀ ਗੁਰੂ ਘਰ ਦੇ ਬਚਨ ਵਿਲਾਸ ਇਹਨਾਂ ਨੇ ਇਕੱਠਿਆਂ ਨੇ ਬੈਠ ਕੇ ਕਰਦੇ ਰਹਿਣਾ। ਤੇ ਜਦੋਂ ਕਹਿੰਦੇ ਇੱਕ ਦਿਨ ਮੈਂ ਸਕੂਲੋਂ ਆਇਆ, ਇਹ ਸਿੰਘ ਸਾਹਿਬ ਜੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਸੁਹਿਰਦ ਸੰਤ ਖਾਲਸਾ ਦੇ ਵਿੱਚ, ਜਿਹੜੀ ਬੜੀ ਮਿਹਨਤ ਤੋਂ ਬਾਅਦ ਲਿਖੀ ਗਈ ਹੈ। ਸੋ ਉਹਦੇ ਵਿੱਚ ਮੈਂ ਇਹੀ ਸਾਖੀ ਕਹਿ ਕੇ ਆਪਾਂ ਇੱਥੇ ਸਮਾਪਤੀ ਕਰ ਦਿੰਦੇ ਹਾਂ, ਕਿਉਂਕਿ ਸਮਾਪਤੀ ਦਾ ਸਮਾਂ ਵੀ ਹੋ ਚੁੱਕਿਆ। ਫਿਰ ਅੱਗੇ ਆਪਾਂ ਕੱਲ੍ਹ ਨੂੰ ਵਿਚਾਰ ਲਵਾਂਗੇ ਜੋ ਰਹਿੰਦਾ ਇਤਿਹਾਸ ਹੈ। ਜਦੋਂ ਕਹਿੰਦੇ ਮਹਾਂਪੁਰਖਾਂ ਦੇ ਕੋਲ ਆਏ, ਬੰਬੀ ਦੇ ਕੋਲ ਹੀ ਖੇਤ ਦੇ ਵਿੱਚ ਸਾਈਕਲ ਖੜਾ ਕੀਤਾ, ਤੇ ਮਹਾਂਪੁਰਖਾਂ ਨੇ ਦੂਰੋਂ ਹੀ ਆਵਾਜ਼ ਮਾਰੀ, ਕਹਿੰਦੇ ਭਾਈ ਜਸਵੀਰ ਸਿੰਘ ਪਾਣੀ ਵੀ ਲੈਂਦਾ ਆਈ ਘੜਾ ਭਰ ਕੇ ਇੱਧਰੋਂ। ਕਹਿੰਦੇ ਮੈਂ ਨਲਕਾ ਗੇੜਿਆ, ਪਾਣੀ ਦਾ ਘੜਾ ਭਰ ਕੇ ਸਿਰ 'ਤੇ ਚੁੱਕ ਕੇ ਲੈ ਗਿਆ ਜਿੱਥੇ ਮਹਾਂਪੁਰਖ ਟਾਹਲੀ ਦੇ ਰੁੱਖ ਦੇ ਹੇਠਾਂ ਖਾਲ ਦੇ ਵਿੱਚ ਹੀ ਲੰਮੇ ਪਏ ਹੋਏ ਸੀ, ਢੋ ਲਾ ਕੇ ਬੈਠੇ ਸਨ। ਕਹਿੰਦੇ ਮੈਂ ਜਾ ਕੇ ਘੜਾ ਰੱਖਿਆ, ਜਲ ਛਕਾਇਆ ਮਹਾਂਪੁਰਖਾਂ ਨੂੰ, ਆਪ ਵੀ ਛਕਿਆ। ਤੇ ਕਹਿੰਦੇ ਮਹਾਂਪੁਰਖਾਂ ਨੇ ਬੈਠਿਆਂ ਬੈਠਿਆਂ ਨੇ ਮੇਰਾ ਹੱਥ ਫੜ ਲਿਆ। ਹੱਥ ਫੜ ਕੇ ਕਹਿੰਦੇ ਜਸਵੀਰ ਸਿੰਘ, ਕਹਿੰਦੇ ਮੈਂ ਤੈਨੂੰ ਨਾ ਤੇਰੇ ਆਉਣ ਵਾਲੇ ਸਮੇਂ ਬਾਰੇ ਕੁਝ ਦੱਸਣਾ ਚਾਹੁੰਦਾ, ਕਿਉਂਕਿ ਬੜੀ ਬੰਦਗੀ ਕਮਾਈ ਬਚਪਨ ਤੋਂ ਸ਼ੁਰੂ ਕਰ ਦਿੱਤੀ ਸੀ। ਤੇ ਗੁਰਮੁਖ ਪਿਆਰਿਓ, ਮਹਾਂਪੁਰਖ ਕਹਿੰਦੇ ਮੈਂ ਕੁਝ ਦੱਸਣਾ ਚਾਹੁੰਦਾ। ਕਹਿੰਦੇ ਤੂੰ ਪੁੱਛ, ਜੇ ਕੁਝ ਪੁੱਛਣਾ ਚਾਹੁੰਦਾ ਕੋਈ ਵੀ ਗੱਲ ਪੁੱਛ ਲੈ, ਮੈਂ ਤੈਨੂੰ ਦੱਸ ਦਿਆਂਗਾ। ਕਦੇ ਕਦੇ ਬਚਨ ਕਰਦੇ ਹੁੰਦੇ ਸੀ ਇੱਦਾਂ ਦੇ। ਤੇ ਕਹਿੰਦੇ ਮੈਂ ਕਿਹਾ ਜੀ ਮੈਂ ਕੀ ਪੁੱਛਣਾ? ਕਹਿੰਦੇ ਹਾਂ, ਮੈਨੂੰ ਹੱਸਦੇ ਹੋਏ ਕਹਿਣ ਲੱਗੇ ਵੀ ਅੱਜ ਕੱਲ੍ਹ ਦੇ ਮੁੰਡਿਆਂ ਨੇ ਪੁੱਛਣਾ ਕੀ ਹੁੰਦਾ, ਇਹੀ ਪੁੱਛਣਗੇ ਮੇਰਾ ਵਿਆਹ ਕਿੱਥੇ ਹੋਊਗਾ, ਘਰ ਵਾਲੀ ਕਹੇ ਜੀ ਹੋਊਗੀ, ਇੱਦਾਂ ਦੀਆਂ ਗੱਲਾਂ ਪੁੱਛੇਗਾ। ਕਹਿੰਦਾ ਮੈਂ ਕਿਹਾ ਜੀ ਨਹੀਂ, ਮੈਂ ਇੱਦਾਂ ਦਾ ਕੁਛ ਨਹੀਂ ਪੁੱਛਣਾ। ਤੇ ਫਿਰ ਕਹਿੰਦੇ ਥੋੜ੍ਹਾ ਜਿਹਾ ਚਿਰ ਚੁੱਪ ਰਹਿਣ ਤੋਂ ਬਾਅਦ ਕਹਿੰਦੇ ਮੈਨੂੰ ਖਿੱਚ ਕੇ ਨਾ ਆਪਣੇ ਢਿੱਡ ਦੇ ਉੱਤੇ ਬਿਠਾ ਲਿਆ ਹੋਵੇ, ਲੰਮੇ ਪਿਆ ਨੇ, ਟਾਹਲੀ ਨਾਲ ਢੋ ਲਾਈ ਹੋਈ ਹੈ, ਖਾਲ ਦੇ ਵਿੱਚ ਪਏ ਹੈ। ਕਹਿੰਦੇ ਮੈਨੂੰ ਕੋਲ ਆਪਣੇ ਢਿੱਡ ਦੇ ਉੱਤੇ, ਪੇਟ ਦੇ ਉੱਤੇ ਬਿਠਾ ਲਿਆ, ਤੇ ਕਹਿਣ ਲੱਗੇ ਗੰਭੀਰ ਜੇ ਹੋ ਗਏ ਥੋੜ੍ਹੇ ਜਿਹੇ। ਕਹਿੰਦੇ ਜਸਵੀਰ ਸਿਆਂ, ਜਦੋਂ ਤੇਰਾ ਵਿਆਹ ਹੋਊਗਾ ਨਾ, ਤੇਰਾ ਵਿਆਹ ਮੈਂ ਕਰੂੰਗਾ ਬਹੁਤ ਵਧੀਆ, ਪਰ ਤੇਰੇ ਪਿਤਾ ਜੀ ਵਿਆਹ 'ਚ ਸ਼ਾਮਲ ਨਹੀਂ ਹੋ ਸਕਣਗੇ। ਕਹਿੰਦੇ ਮੈਂ ਸੋਚੀ ਪੈ ਗਿਆ ਥੋੜ੍ਹਾ ਜਿਹਾ ਵੀ ਸ਼ਾਇਦ ਕਿਸੇ ਕਾਰਨ ਕਰਕੇ ਮੇਰੇ ਪਿਤਾ ਜੀ ਪਹਿਲਾਂ ਅਕਾਲ ਚਲਾਣਾ ਕਰ ਜਾਣਗੇ, ਚੜ੍ਹਾਈ ਕਰ ਜਾਣਗੇ। ਕਹਿੰਦੇ ਮੈਂ ਇੱਦਾਂ ਸੋਚ ਰਿਹਾ ਸੀ, ਮਹਾਂਪੁਰਖ ਮੈਨੂੰ ਝਟਕ ਕੇ ਜੇ ਕਹਿੰਦੇ ਨਹੀਂ ਇਹੋ ਜਿਹੀ ਗੱਲ ਨਹੀਂ ਜਿਹੜੀ ਤੂੰ ਸੋਚਦਾ, ਹੋਣਗੇ ਉਹ ਚੜ੍ਹਦੀ ਕਲਾ ਵਿੱਚ, ਪਰ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਕਹਿੰਦੇ ਗੱਲ ਚੇਤੇ ਰੱਖੀ। ਕਹਿੰਦਾ ਮੈਂ ਕਿਹਾ ਜੀ ਠੀਕ ਹੈ। ਤੇ ਕਹਿੰਦੇ 1981 ਦੀ ਗੱਲ ਹੈ, ਫਿਰ ਜਦੋਂ ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਵੀ ਬਣ ਗਏ, ਤੇ ਉਸ ਤੋਂ ਬਾਅਦ ਧਰਮ ਯੁੱਧ ਮੋਰਚਾ ਵੀ ਲੱਗ ਜਾਂਦਾ ਹੈ, ਤੇ ਕਾਫੀ ਘਟਨਾਵਾਂ ਹੋਰ ਵੀ ਵਾਪਰ ਗਈਆਂ, ਤੇ ਕਾਫੀ ਸਮਾਂ ਜਿਹੜਾ ਸੀ ਖਿੱਚੋ ਤਾਣ ਵਾਲਾ ਚੱਲ ਰਿਹਾ ਸੀ। ਤੇ ਉਹਨਾਂ ਦਿਨਾਂ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਦੇ ਲੰਗਰ ਹਾਲ ਦੇ ਵਿੱਚ ਇੱਕ ਬੰਬ ਫਟ ਗਿਆ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ ਕਿਸੇ ਨੂੰ ਇਹ ਘਟਨਾ। ਤੇ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਜਦੋਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੇ ਕੋਲ ਇਹ ਬਚਨ ਕੀਤਾ ਕਿ ਭਾਈ ਜਸਵੀਰ ਸਿੰਘ ਦਾ ਵਿਆਹ ਹੈ, ਤੇ ਮਹਾਂਪੁਰਖੋ ਤੁਸੀਂ ਆਇਓ। ਤੇ ਮਹਾਂਪੁਰਖ ਕਹਿੰਦੇ ਵੀ ਇਹ ਘਟਨਾ ਵਾਪਰੀ ਹੈ, 10 ਕੁ ਦਿਨ ਅੱਗੇ ਪਾ ਦਿਓ। ਫਿਰ 10 ਕੁ ਦਿਨ ਅੱਗੇ ਪਾਤਾ ਸੀ। 25 ਦਸੰਬਰ 1981 ਦਾ ਦਿਨ ਜਦੋਂ ਆਇਆ, ਤੇ ਉਹ ਤੋਂ ਪਹਿਲਾਂ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿਣ ਲੱਗੇ, ਕਹਿੰਦੇ ਭਾਈ ਜਸਵੀਰ ਸਿੰਘ ਤੁਹਾਡੇ ਪਿਤਾ ਜੀ ਨੂੰ ਵੀ ਬੁਲਾ ਲੈਣਾ ਚਾਹੀਦਾ ਸੀ ਆਪਾਂ ਨੂੰ ਵਿਆਹ ਦੇ ਵਿੱਚ, ਤੇ ਆਪਾਂ ਨੂੰ ਬੁਲਾ ਲਈਏ ਉਹਨਾਂ ਨੂੰ। ਤੇ ਕਹਿੰਦੇ ਮੈਨੂੰ ਚੇਤੇ ਸੀ ਮਹਾਂਪੁਰਖਾਂ ਦਾ ਬਚਨ। ਕਹਿੰਦੇ ਮੈਂ ਕਿਹਾ ਜੀ ਤੁਸੀਂ ਆਪ ਹੀ ਤਾਂ ਉਹ ਬਚਨ ਕੀਤਾ ਸੀ ਵੀ ਉਹ ਨਹੀਂ ਆ ਸਕਣਗੇ, ਕਿਉਂਕਿ ਉਹਨਾਂ ਦਿਨਾਂ ਵਿੱਚ ਲਾਲਾ ਜਗਤ ਨਾਰਾਇਣ ਦਾ ਕਤਲ ਹੋਇਆ ਸੀ। ਤੇ ਲਾਲਾ ਜਗਤ ਨਾਰਾਇਣ ਦੇ ਕਤਲ ਦੇ ਵਿੱਚ ਜਿਹੜੀ ਕਾਰਬਾਈਨ ਰਾਈਫਲ ਫੜੀ ਗਈ ਸੀ, ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸੰਬੰਧ ਜੁੜਦਾ ਸੀ ਮਹਾਂਪੁਰਖ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਦੇ ਪਿਤਾ ਜੀ ਭਾਈ ਜਗੀਰ ਸਿੰਘ ਜੀ ਦੇ ਨਾਲ, ਭਾਈ ਜਗੀਰ ਸਿੰਘ ਜੀ ਰੋਡਿਆਂ ਵਾਲੇ। ਸੋ ਇਸ ਕਰਕੇ ਉਹ ਰੂਪੋਸ਼ ਸਨ, ਉਹ ਵਿਆਹ ਵਿੱਚ ਸ਼ਾਮਲ ਨਾ ਹੋ ਸਕੇ। ਇੱਕ ਤਾਂ ਮਹਾਂਪੁਰਖਾਂ ਦੇ ਇਹ ਬਚਨ ਪੂਰੇ ਹੋਏ। ਫਿਰ ਜਦੋਂ ਵਿਆਹ ਵਾਲੇ ਪਿੰਡ ਭਿੰਡਰ ਕਲਾਂ ਵਿਖੇ ਭਾਈ ਜਸਵੀਰ ਸਿੰਘ ਜੀ ਰੋਡੇ ਵਿਆਹੇ ਹੋਏ ਹੈ, ਤੇ ਉੱਥੇ ਗਏ, ਤੇ ਉੱਥੇ ਲੜਕੀ ਦਾ ਪਰਿਵਾਰ ਭਾਈ ਦਲਵਾਰਾ ਸਿੰਘ ਜੀ ਤੇ ਹੋਰ ਜਿੰਨੇ ਰਿਸ਼ਤੇਦਾਰ ਸਕੇ ਸੰਬੰਧੀ ਬਰਾਤ ਦੇ ਸਵਾਗਤ ਵਾਸਤੇ ਖੜੇ ਸੀ। ਤੇ ਉਹਨਾਂ ਕੁ ਪ੍ਰਬੰਧ ਆਪਾਂ ਕਰਦੇ ਹਾਂ ਵੀ ਜਿੰਨੀ ਕੁ ਬਰਾਤ ਆਉਣੀ ਹੁੰਦੀ ਹੈ।
ਤੇ ਜਦੋਂ ਮਹਾਂਪੁਰਖਾਂ ਦਾ ਆਉਣਾ ਸੁਣਿਆ, ਆਸੇ-ਪਾਸੇ ਤੋਂ ਸੰਗਤਾਂ ਦਾ ਇਕੱਠ ਹੋ ਗਿਆ, ਜਥੇ ਦੇ ਸਿੰਘ ਬਹੁਤ ਆ ਗਏ, ਬਹੁਤ ਭਾਰੀ ਸੰਗਤ, ਤੇ ਘਰ ਵਾਲਿਆਂ ਨੂੰ ਫਿਕਰ ਪੈ ਗਿਆ ਵੀ ਆਪਾਂ ਭੋਜਨ ਪ੍ਰਸ਼ਾਦਾ ਤਾਂ ਸੀਮਿਤ ਜਾਈ ਆਪਾਂ ਪ੍ਰਬੰਧ ਕੀਤਾ ਤੇ ਕਿਵੇਂ ਵਰਤੇਗਾ। ਤੇ ਮਹਾਂਪੁਰਖ ਕਹਿੰਦੇ ਫਿਕਰ ਨਾ ਕਰੋ ਕੋਈ, ਕਹਿੰਦੇ ਤੁਸੀਂ ਬੈਠੋ ਤੇ ਵਰਤਾਉਂਦਾ ਮੈਂ ਆ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹ ਪੱਕੇ ਭੰਡਾਰੇ ਜਲੇਬ ਵਗੈਰਾ ਜੋ ਉਸ ਵੇਲੇ ਬਣਦਾ ਹੁੰਦਾ ਸੀ ਵਿਆਹਾਂ ਦੇ ਵਿੱਚ, ਕਹਿੰਦੇ ਲੰਮੀਆਂ ਪੰਗਤਾਂ ਲਵਾ ਲਈਆਂ ਨਗਰ ਦੀਆਂ ਗਲੀਆਂ ਦੇ ਵਿੱਚ, ਬਰਤਨ ਵੀ ਪੂਰੇ ਨਾ ਸਾਰਿਆਂ ਨੂੰ ਆ ਸਕੇ, ਟੋਕਰਾ ਹੱਥ ਵਿੱਚ ਫੜਿਆ, ਅੰਦਰੋਂ ਲਿਆਇਆ ਕਰਨ, ਵਰਤਾਈ ਗਏ। ਫਿਰ ਸਾਰੇ ਘਰ ਵਾਲਿਆਂ ਨੂੰ ਵੀ ਛਕਾਇਆ ਬਿਠਾ ਕੇ, ਸਾਰੀ ਸੰਗਤ ਨੂੰ ਛਕਾਉਣ ਤੋਂ ਬਾਅਦ ਵਿੱਚ ਆਪ ਵੀ ਛਕਿਆ। ਜਦੋਂ ਘਰ ਵਾਲਿਆਂ ਨੇ ਜਾ ਕੇ ਵੇਖਿਆ ਉਹ ਕਮਰੇ ਵਿੱਚ, ਉਹ ਕੱਚੀਆਂ ਜਿਵੇਂ ਕੋਠੀਆਂ ਹੁੰਦੀਆਂ ਸੀ ਪਹਿਲਾਂ, ਉਹ ਕੋਠੜੀ ਦੇ ਵਿੱਚ ਕਮਰੇ ਵਿੱਚ ਜਾ ਕੇ ਵੇਖਿਆ ਤੇ ਭੰਡਾਰਾ ਜਿੰਨਾ ਸੀ ਓਨੇ ਦਾ ਓਨਾ ਪਿਆ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਹਨੂੰ ਕਹਿੰਦੇ ਆ ਰਿੱਧ। ਰਿੱਧੀ ਹੋਈ ਬਣੀ ਹੋਈ ਵਸਤੂ ਦੇ ਵਿੱਚ ਕਰਨੀ ਕਮਾਈ ਵਾਲਿਆਂ ਦੇ ਹੱਥ ਲੱਗਣ ਦੇ ਨਾਲ ਹੀ ਵਾਧਾ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ 23 ਰਿੱਧਨ ਅਖੁੱਟ ਮੈਂ 24 ਚਾਤੁਰ ਪ੍ਰੀਤ। ਕਹਿੰਦੇ ਜਦੋਂ ਇਹ 23ਵੀਂ ਪੌੜੀ ਦਾ ਭਾਵ ਜਪਜੀ ਸਾਹਿਬ ਦੀ 22ਵੀਂ ਪੌੜੀ ਦਾ ਵਿੱਚੇ ਪਹਿਲੀ ਪੌੜੀ ਨੂੰ ਪਹਿਲੇ ਮੂਲ ਮੰਤਰ ਨੂੰ ਗਿਣ ਕੇ 23 ਨੰਬਰ ਜੋ ਬਣਦਾ ਇਹਦਾ ਜਾਪ ਕੀਤਾ ਜਾਵੇ ਤਾਂ ਕਦੇ ਵੀ ਰਿੱਧੇ ਹੋਏ ਅੰਨ ਦੇ ਵਿੱਚ ਟੋਟਾ ਨਹੀਂ ਆਉਂਦਾ। ਤੇ ਚੌਥੀ 24 ਚਾਤੁਰ ਪ੍ਰੀਤ 24ਵੀਂ ਪੌੜੀ ਹੈ ਜਿਹੜੇ ਚਾਤੁਰ ਹੁੰਦੇ ਆ, ਸਿਆਣੇ ਸਮਝਵਾਨ ਬੁੱਧੀਵਾਨ ਲੋਕ ਹੁੰਦੇ ਆ, ਉਹਨਾਂ ਦੇ ਨਾਲ ਪ੍ਰੀਤੀ ਸਾਡੀ ਬਣ ਜਾਵੇ, ਉਹਨਾਂ ਦੇ ਨਾਲ ਪ੍ਰੇਮ ਬਣ ਜਾਵੇ, ਇਸ ਮਕਸਦ ਦੇ ਲਈ ਇਹਦਾ ਜਾਪ ਕਰਨਾ ਹੈ। ਹਾਂ 25ਵੀਂ ਪੌੜੀ ਹੈ ਜਿਹੜੀ ਉਹ ਆਦਰ ਸਤਿਕਾਰ ਦੀ ਪ੍ਰਾਪਤੀ ਲਈ, ਮਾਣ ਸਤਿਕਾਰ ਦੀ ਪ੍ਰਾਪਤੀ ਦੇ ਲਈ ਤੇ ਮੋਹਨ ਰੀਤ ਕਿ ਸਾਰੇ ਮੇਰੇ ਤੇ ਮੋਹਿਤ ਹੋਣ, ਆਕਰਸ਼ਿਤ ਹੋਣ, ਮੇਰੇ ਵੱਲ ਖਿੱਚੇ ਜਾਣ, ਮੇਰਾ ਆਦਰ ਸਤਿਕਾਰ ਬਣੇ ਜਿੱਥੇ ਵੀ ਜਾਵਾਂ। ਇਸ ਕਾਰਜ ਦੇ ਵਾਸਤੇ ਗੁਰੂ ਕੇ ਸਿੱਖਾ ਜੇ ਤੂੰ ਇਹ ਕਾਰਜ ਸਫਲਾ ਕਰਨਾ ਚਾਹੁੰਦਾ ਹੈ ਤਾਂ ਇਸ 25ਵੀਂ ਪੌੜੀ ਦਾ ਜਪਜੀ ਸਾਹਿਬ ਦੀ 24ਵੀਂ ਪੌੜੀ ਦਾ ਜਾਪ ਬੜੇ ਪ੍ਰੇਮ ਦੇ ਨਾਲ ਕਰ। ਆਓ ਇੱਥੇ ਸਮੇਂ ਦੀ ਸਮਾਪਤੀ ਹੈ। ਬਾਕੀ ਰਹਿੰਦੀਆਂ ਵਿਚਾਰਾਂ, ਬਾਕੀ ਰਹਿੰਦੀਆਂ ਪੌੜੀਆਂ ਦਾ ਮਹਾਤਮ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਇਸੇ ਪ੍ਰਕਾਰ ਪ੍ਰੇਮ ਦੇ ਨਾਲ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ।